ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ ਹੋ ਇਸ ਵਿਸ਼ੇਸ਼ ਉਪਰਾਲੇ ਨਾਲ ਜੋ ਗੁਰਮਤਿ ਕਲਾਸਾਂ ਲੱਗ ਰਹੀਆਂ ਹਨ। ਉਸ ਗੁਰਮਤਿ ਕਲਾਸ ਦੇ ਵਿੱਚ ਜਿਸ ਵਿੱਚ ਅਸੀਂ ਸਿੱਖ ਰਹਿਤ ਮਰਿਆਦਾ ਬਾਰੇ ਗੱਲ ਕਰਦੇ ਹਾਂ। ਅੱਜ ਅਸੀਂ ਜੋ ਵਿਸ਼ਾ ਵਿਚਾਰਨਾ ਹੈ, ਸਿੱਖ ਰਹਿਤ ਮਰਿਆਦਾ ਦੇ ਵਿੱਚ ਉਹ ਵਿਸ਼ਾ ਹੈ ਮ੍ਰਿਤਕ ਸੰਸਕਾਰ। ਮ੍ਰਿਤਕ ਸੰਸਕਾਰ ਬਾਰੇ ਆਪਾਂ ਜੋ ਗੱਲ ਹੈ ਅੱਜ ਦੀ ਇਸ ਵਿਸ਼ੇਸ਼ ਕਲਾਸ ਦੇ ਵਿੱਚ ਕਰਨੀ ਹੈ। ਸੋ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। 1-2 ਮਿੰਟ ਤੱਕ ਜਿਹੜੀ ਹੈ ਸੰਗਤ ਜੁੜ ਜਾਵੇ, ਫਿਰ ਆਪਾਂ ਇਹ ਕਲਾਸ ਦੀ ਆਰੰਭਤਾ ਕਰਦੇ ਹਾਂ। ਸਤਿਗੁਰਾਂ ਨੇ ਬੜੀ ਅਪਾਰ ਦਇਆ ਕੀਤੀ ਹੈ ਕਿ ਜੋ ਆਪ ਜੀ ਨੂੰ ਡਿਜੀਟਲ ਤਰੀਕੇ ਦੇ ਨਾਲ ਗੁਰਮਤਿ ਦੀ ਸੋਝੀ ਦੇਣ ਦੇ ਲਈ ਵਿਸ਼ੇਸ਼ ਉਪਰਾਲੇ ਹੋ ਰਹੇ ਆ। ਇਸ ਕਰਕੇ ਆਪ ਸਮੂਹ ਸੰਗਤ ਦਾ ਵੀ ਇਸ ਗੱਲ ਦੇ ਲਈ ਫਰਜ਼ ਬਣਦਾ ਹੈ ਕਿ ਆਪ ਜੀ ਆਪ ਦੇ ਜੁੜਦੇ ਹੀ ਹੋ ਜਿੱਥੇ, ਉੱਥੇ ਆਪਣੇ ਪਰਿਵਾਰਾਂ ਨੂੰ, ਆਪਣੇ ਸਕੇ ਸੰਬੰਧੀਆਂ ਨੂੰ ਵੀ ਇਸ ਕਲਾਸ ਦੇ ਨਾਲ ਜੋੜਿਆ ਕਰੋ, ਤਾਂ ਕਿ ਵੱਧ ਤੋਂ ਵੱਧ ਸੰਗਤ ਜਿਹੜੀ ਹੈ ਉਹ ਗੁਰਮਤਿ ਦਾ ਲਾਹਾ ਲੈ ਸਕੇ, ਗੁਰਮਤਿ ਗਿਆਨ ਦਾ ਲਾਹਾ ਜਿਹੜਾ ਹੈ ਉਹ ਲੈ ਸਕੇ। ਸੋ ਕਾਫੀ ਸੰਗਤ ਜੁੜ ਚੁੱਕੀ ਹੈ। ਆਪਾਂ ਇਸ ਕਲਾਸ ਦੀ ਆਰੰਭਤਾ ਕਰਦੇ ਹਾਂ ਜੀ। ਜੋ ਅਸੀਂ ਅੱਜ ਟੌਪਿਕ ਦੇ ਉੱਤੇ ਗੱਲ ਕਰਨੀ ਹੈ, ਜਿਸ ਵਿਸ਼ੇ ਦੇ ਬਾਰੇ ਆਪਾਂ ਗੱਲ ਕਰਨੀ ਆ, ਉਹ ਵਿਸ਼ਾ ਹੈ ਮ੍ਰਿਤਕ ਸੰਸਕਾਰ, ਜੋ ਇਸ ਵੇਲੇ ਆਪ ਜੀ ਦੀ ਸਕਰੀਨ ਦੇ ਉੱਪਰ ਆ ਗਿਆ ਹੈ। ਮ੍ਰਿਤਕ ਸੰਸਕਾਰ ਦੇ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਹੈ। ਮ੍ਰਿਤਕ ਤੋਂ ਭਾਵ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਕਿਸੇ ਮਨੁੱਖ ਦੀ ਡੈਥ ਹੋ ਜਾਂਦੀ ਹੈ, ਜਦੋਂ ਉਹ ਇਸ ਪੰਜ ਭੂਤਿਕ ਸਰੀਰ ਨੂੰ ਛੱਡ ਕੇ ਉਹਦੇ ਵਿੱਚੋਂ ਪਰਮਾਤਮਾ ਦੀ ਦਿੱਤੀ ਹੋਈ ਉਹ ਸਤਾ ਜਿਹੜੀ ਹੈ ਖਤਮ ਹੋ ਜਾਂਦੀ ਹੈ, ਪੰਜ ਭੂਤਿਕ ਸਰੀਰ ਜਿਹੜਾ ਰਹਿ ਜਾਂਦਾ ਹੈ। ਫਿਰ ਉਸ ਸਰੀਰ ਨੂੰ ਜੋ ਸੰਸਕਾਰ ਜਿਹੜਾ ਵਰਤਿਆ ਜਾਂਦਾ ਹੈ, ਵੱਖ-ਵੱਖ ਧਰਮਾਂ ਦਾ ਆਪਣਾ ਆਪਣਾ ਸੰਸਕਾਰ ਹੈ, ਆਪਣੇ ਆਪਣੇ ਤਰੀਕੇ ਨਾਲ ਮਨੁੱਖਾਂ ਨੂੰ ਜਿਹੜਾ ਹੈ ਉਹ ਕੁਝ ਦਬਾਉਂਦੇ ਹਨ ਤੇ ਕੁਝ ਜਿਹੜਾ ਹੈ ਉਹ ਸੰਸਕਾਰ ਕਰਦੇ ਆ। ਤੇ ਇਸੇ ਤਰ੍ਹਾਂ ਸਾਡੇ ਧਰਮ ਦੇ ਅੰਦਰ, ਸਿੱਖ ਧਰਮ ਦੇ ਅੰਦਰ ਇਹ ਗੱਲ ਹੈ ਕਿ ਮ੍ਰਿਤਕ ਭਾਵੇਂ ਕਿਸੇ ਵੀ ਉਮਰ ਦੇ ਨਾਲ ਸੰਬੰਧ ਰੱਖਦਾ ਹੋਵੇ, ਉਹਦਾ ਸੰਸਕਾਰ ਕਰਨਾ ਚਾਹੀਏ। ਆਪਾਂ ਸੰਸਕਾਰ ਸ਼ਬਦ ਦੇ ਅਰਥ ਜਿਹੜੇ ਆ ਉਹ ਆਪਾਂ ਕੀਤੇ ਸੀ ਰੋਹ ਰੀਤਾਂ, ਢੰਗ ਤਰੀਕੇ, ਜਿਸ ਤਰੀਕੇ ਨਾਲ ਅਸੀਂ ਜੀਵਨ ਜਿਉਣਾ ਹੈ। ਤੇ ਸੰਸਕਾਰ ਦਾ ਅਰਥ ਹੁੰਦਾ ਹੈ ਟਿੱਪੀ ਤੋਂ ਬਿਨਾਂ ਜਿਹੜਾ ਸੰਸਕਾਰ ਸ਼ਬਦ ਹੈ ਉਹਦਾ ਅਰਥ ਅਸੀਂ ਕਰਦੇ ਹਾਂ ਜਿਵੇਂ ਅੱਗ ਦੇ ਵਿੱਚ ਕਿਸੇ ਨੂੰ ਜਿਹੜਾ ਹੈ ਮ੍ਰਿਤਕ ਸਰੀਰ ਨੂੰ ਅਗਨੀ ਦੇ ਹਵਾਲੇ ਕਰ ਦੇਣਾ, ਅੱਗ ਦੇ ਵਿੱਚ ਜਲਾ ਦੇਣਾ, ਉਹਨੂੰ ਆਪਾਂ ਸੰਸਕਾਰ ਕਰਨਾ ਚਾਹੀਦੇ ਹਾਂ। ਸੋ ਇਸੇ ਤਰ੍ਹਾਂ ਵੱਖ-ਵੱਖ ਧਰਮਾਂ ਦੇ ਆਪਣੇ ਆਪਣੇ ਜਿਹੜੇ ਆ ਮ੍ਰਿਤਕ ਸੰਸਕਾਰ ਹਨ। ਮੈਂ ਉਹਨਾਂ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਆਪ ਜੀ ਨੂੰ ਦੇ ਕੇ ਫਿਰ ਆਪਾਂ ਇੱਧਰ ਆਵਾਂਗੇ। ਹਿੰਦੂ ਧਰਮ ਦੇ ਅੰਦਰ ਜਿਹੜਾ ਹੈ ਉਹ ਮਨੁੱਖ ਦੇ ਸਰੀਰ ਨੂੰ ਸੰਸਕਾਰਨ ਦੀ ਜਿਹੜੀ ਆ ਉਹ ਪਰੰਪਰਾ ਹੈ। ਉਹ ਵੀ ਕਹਿੰਦੇ ਆ ਕਿ ਜਿਹੜਾ ਮ੍ਰਿਤਕ ਸਰੀਰ ਹੈ ਉਹਨੂੰ ਚਿਖਾ ਚਿਣ ਕੇ ਉਹਦੇ ਵਿੱਚ ਸਾੜ ਦੇਣਾ ਚਾਹੀਦਾ ਹੈ। ਤੇ ਇਹਦੇ ਨਾਲ ਹੀ ਮੁਸਲਮਾਨ ਧਰਮ ਦੇ ਵਿੱਚ, ਈਸਾਈ ਧਰਮ ਦੇ ਵਿੱਚ, ਯਹੂਦੀ ਧਰਮ ਦੇ ਵਿੱਚ ਦੱਬਣ ਦਾ ਜਿਹੜਾ ਹੈ ਸੰਸਕਾਰ ਉਹ ਵਰਤਿਆ ਜਾਂਦਾ ਸੰਸਕਾਰ। ਇਹ ਰੋਹ ਰੀਤ ਉਹਨਾਂ ਦੇ ਵਿੱਚ ਪ੍ਰਚਲਿਤ ਹੈ। ਉਹ ਮਨੁੱਖ ਦੇ ਸਰੀਰ ਨੂੰ ਜਿਹੜਾ ਹੈ ਕਿਸੇ ਤਬੂਤ ਵਿੱਚ ਪਾ ਕੇ ਤੇ ਮਿੱਟੀ ਦੇ ਵਿੱਚ ਦਫਨ ਕਰ ਦਿੰਦੇ ਆ। ਉਹਨਾਂ ਦੇ ਵਿੱਚ ਇਹ ਸਿਧਾਂਤ ਹੈ ਕਿ ਜਿਹੜੀ ਜੀਵ ਆਤਮਾ ਹੈ ਉਹਦਾ ਲੇਖਾ ਜੋਖਾ ਅਖੀਰਲੇ ਦਿਨ, ਡੇ ਆਫ ਜੱਜਮੈਂਟ ਉਹਨੂੰ ਕਹਿੰਦੇ ਈਸਾਈ ਲੋਕ, ਤੇ ਇਸਲਾਮ ਵਾਲੇ ਉਹਨੂੰ ਕਿਆਮਤ ਦਾ ਦਿਨ ਕਹਿੰਦੇ ਆ ਕਿ ਇੱਕ ਦਿਨ ਕਿਆਮਤ ਦਾ ਦਿਨ ਆਵੇਗਾ, ਸਾਰੀਆਂ ਰੂਹਾਂ ਜਿਹੜੀਆਂ ਉਹ ਕਬਰਾਂ 'ਚ ਉੱਠ ਪੈਣਗੀਆਂ ਤੇ ਫਿਰ ਹਰ ਰੂਹ ਦਾ ਜਿਹੜਾ ਹੈ ਉਹ ਕਰਮਾਂ ਦੇ ਨਾਲ ਉਹਦਾ ਹਿਸਾਬ ਹੋਏਗਾ। ਇੱਥੇ ਵੀ ਕਰਮ ਫਿਲਾਸਫੀ ਦਿੱਤੀ ਗਈ ਹੈ ਕਿ ਹਰ ਕਿਸੇ ਦਾ ਉਹਦੇ ਚੰਗੇ ਤੇ ਮਾੜੇ ਕਰਮਾਂ ਦਾ ਹਿਸਾਬ ਹੋਵੇਗਾ। ਇਸੇ ਤਰ੍ਹਾਂ ਇੱਧਰ ਸਾਡੇ ਵਾਲੇ ਪਾਸੇ ਹਿੰਦੁਸਤਾਨ ਦੇ ਅੰਦਰ ਮ੍ਰਿਤਕ ਸਰੀਰ ਨੂੰ ਜਲਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਮਨੁੱਖ ਦਾ ਜਿਹੜਾ ਸਰੀਰ ਹੈ
ਉਹ ਸਾੜ ਦਿੱਤਾ ਜਾਂਦਾ ਹੈ, ਪਰ ਉਹਦੀ ਆਤਮਾ ਜਿਹੜੀ ਹੈ ਉਹ ਅੱਗੇ ਜਾ ਕੇ ਜਿਹੜੇ ਹੈ ਆਪਣੇ ਕਰਮ ਭੋਗ ਕੇ, ਜੋ ਵੀ ਉਹਨੇ ਕਰਮ ਕੀਤੇ ਹੁੰਦੀਆਂ ਸਜ਼ਾਵਾਂ ਕੱਟ ਕੇ, ਜੇ ਤੇ ਚੰਗੇ ਕਰਮ ਕੀਤੇ ਆ ਤੇ ਫਿਰ ਉਹਨੂੰ ਚੰਗੇ ਕਰਮਾਂ ਦਾ ਫਲ ਮਿਲਦਾ ਹੈ। ਤੇ ਇਹ ਗਿਣਿਆ ਜਾਂਦਾ ਹੈ ਕਿ ਕਿਸੇ ਨੂੰ ਸਵਰਗ, ਕਿਸੇ ਨੂੰ ਨਰਕ ਦੀ ਪ੍ਰਾਪਤੀ ਹੁੰਦੀ ਹੈ। ਤੇ ਇਸ ਤੋਂ ਬਾਅਦ ਫਿਰ ਕਈਆਂ ਨੂੰ ਦੁਬਾਰਾ ਜਨਮ ਵੀ ਇਸ ਧਰਤੀ ਤੇ ਮਿਲਦਾ ਹੈ। ਇਸ ਕਰਕੇ ਸਾਡੇ ਇੱਥੇ ਪ੍ਰਥਾ ਹੈ ਹਿੰਦੁਸਤਾਨ ਦੇ ਵਿੱਚ ਮਨੁੱਖੀ ਸਰੀਰ ਨੂੰ ਜਲਾਉਣ ਦੀ। ਤੇ ਉਸ ਤੋਂ ਬਾਅਦ ਜਿਹੜੇ ਜੈਨੀ ਲੋਕ ਹਨ ਤੇ ਜਾਂ ਬੋਧੀ ਲੋਕ ਇਹ ਵੀ ਜਲਾਉਂਦੇ ਹੀ ਆ ਕਰੀਬ। ਪਾਰਸੀ ਲੋਕ ਜਿਹੜੇ ਹਨ ਉਹ ਗਿੱਧਾਂ ਦੇ ਅੱਗੇ, ਜਾਂ ਕਹਿ ਲਓ ਕਿ ਉਹ ਪੰਛੀਆਂ ਦੇ ਅੱਗੇ ਸਰੀਰ ਨੂੰ ਪਾ ਦਿੰਦੇ ਆ, ਤੇ ਉਹ ਜਿਹੜੇ ਸਰੀਰ ਨੂੰ ਜਿਹੜੇ ਹੁੰਦੇ ਪੰਛੀ ਉਹ ਖਾ ਕੇ ਤ੍ਰਿਪਤ ਹੁੰਦੇ ਆ। ਤੇ ਗੁਰੂ ਸਾਹਿਬ ਨੇ ਇਹ ਸਾਨੂੰ ਦੱਸਿਆ ਹੈ ਕਿ ਅਸਲ 'ਚ ਜਿਹੜੀ ਗੱਲ ਹੈ ਨਾ, ਮਨੁੱਖ ਦੇ ਜਿਉਂਦਿਆਂ ਜੀ ਹੈ। ਮਨੁੱਖ ਨੇ ਜਿਉਂਦਿਆਂ ਜਿਹੜੇ ਕਰਮ ਕਰਨੇ ਆ ਨਾ, ਉਹ ਮਨੁੱਖ ਦੇ ਉੱਤੇ ਹੀ ਡਿਪੈਂਡ ਹਨ। ਮੌਤ ਤੋਂ ਬਾਅਦ ਜਿਹੜਾ ਹੈ ਉਹ ਕਿਸੇ ਤਰ੍ਹਾਂ ਦਾ ਕੋਈ ਖਾਸ ਲਗਾਅ ਨਹੀਂ ਹੁੰਦਾ, ਕਿਉਂਕਿ ਸਰੀਰ ਜਿਹੜਾ ਹੈ ਉਹ ਪੰਜ ਤੱਤਾਂ ਦਾ ਹੈ, ਉਹਨਾਂ ਪੰਜਾਂ ਤੱਤਾਂ ਨੇ ਆਪਣੇ ਵਿੱਚ ਵਿਲੀਨ ਹੋ ਜਾਣਾ। ਜਾਂ ਮ੍ਰਿਤਕ ਨੂੰ ਚੰਦਨ ਚੜਾਈਏ, ਜਾਂ ਉਹਨੂੰ ਵਿਸ਼ਟਾ ਦੇ ਵਿੱਚ, ਮਿੱਟੀ ਦੇ ਵਿੱਚ ਰਲਾ ਦਿਓ, ਤੇ ਭਾਵੇਂ ਉਹਨੂੰ ਉਹਦੇ ਉੱਤੇ ਚੰਦਨ ਚੜਾਈ ਜਾਓ, ਕੋਈ ਫਰਕ ਨਹੀਂ ਪੈਂਦਾ। ਸਤਿਗੁਰਾਂ ਦੀ ਗੁਰਬਾਣੀ ਦਾ ਪ੍ਰਮਾਣ ਹੈ। ਇਸ ਕਰਕੇ ਸਾਡੇ ਸਿੱਖ ਧਰਮ ਦੇ ਅੰਦਰ, ਕਿਉਂਕਿ ਹਰ ਕਿਸੇ ਦੀ ਇੱਕ ਮਰਿਆਦਾ ਹੁੰਦੀ ਹੈ, ਤੇ ਪੰਥ ਨੇ ਵੀ ਇੱਕ ਮਰਿਆਦਾ ਬਣਾਈ ਹੈ, ਭਾਵੇਂ ਕਿ ਅੱਛਾ ਆਵਾਜ਼ ਨਹੀਂ ਆ ਰਹੀ, ਪਤਾ ਲੱਗਾ। ਵਾਹਿਗੁਰੂ ਵਾਹਿਗੁਰੂ। ਅੱਛਾ, ਕਵਲ ਸਿੰਘ ਜੀ, ਕਵਲ ਸਿੰਘ ਉਹਨਾਂ ਨੂੰ ਆਵਾਜ਼ ਨਹੀਂ ਆ ਰਹੀ। ਇਹਨਾਂ ਦੇ ਲੈਫਟ ਸਾਈਡ ਤੋਂ ਇਹਨਾਂ ਨੇ ਆਪਣਾ ਔਨ ਨਹੀਂ ਕੀਤਾ ਹੋਇਆ ਮਾਈਕ। ਜੇ ਮਾਈਕ ਔਨ ਕੀਤਾ ਹੁੰਦਾ ਤੇ ਫਿਰ ਇਹਨਾਂ ਨੂੰ ਪਤਾ ਲੱਗਣਾ ਸੀ ਕਿ ਆਵਾਜ਼ ਕਿਉਂ ਨਹੀਂ ਆ ਰਹੀ। ਵਾਹਿਗੁਰੂ ਵਾਹਿਗੁਰੂ। ਬਾਕੀ ਸਭ ਨੂੰ ਆਵਾਜ਼ ਆ ਰਹੀ ਹੈ, ਪਰ ਇਹਨਾਂ ਨੂੰ ਨਹੀਂ ਆਵਾਜ਼ ਆ ਰਹੀ। ਅਸਲ 'ਚ ਇਹਨਾਂ ਕੋਲ ਕਨੈਕਟ ਨਹੀਂ ਹੋਇਆ ਜਿਵੇਂ ਕਰਨਾ ਚਾਹੀਦਾ ਹੈ। ਤੇ ਜੇ ਕਵਲ ਸਿੰਘ ਦੇ ਨੇੜੇ ਕੋਈ ਹਨ ਤਾਂ ਉਹਨਾਂ ਨੂੰ ਪਲੀਜ਼ ਸਮਝਾ ਦਿਓ ਕਿ ਆਪਣਾ ਜੋ ਲੈਫਟ ਸਾਈਡ ਤੋਂ ਮਾਈਕ ਹੈ ਉਹਨੂੰ ਮਿਊਟ ਕਰ ਲਓ ਤੇ ਤੁਹਾਨੂੰ ਆਵਾਜ਼ ਆ ਜਾਵੇਗੀ। ਇਹ ਬੇਨਤੀ ਹੈ, ਜੇ ਕੋਈ ਹੈ ਉਹਨਾਂ ਦੇ ਕੋਲ, ਨਹੀਂ ਤੇ ਬਾਅਦ ਵਿੱਚ ਮੈਂ ਇਹਨਾਂ ਨੂੰ ਕਾਲ ਕਰਕੇ ਜਿਹੜਾ ਸਮਝਾ ਦੇਵਾਂਗਾ। ਸੋ ਆਪਾਂ ਗੱਲ ਕਰ ਰਹੇ ਸੀ, ਉਹ ਹੱਥ ਮਾਰ ਰਹੇ, ਕਹਿੰਦੇ ਮੈਨੂੰ ਆਵਾਜ਼ ਨਹੀਂ ਆ ਰਹੀ। ਹਾਂਜੀ, ਆਵਾਜ਼ ਚੱਲ ਰਹੀ ਹੈ, ਤੁਹਾਨੂੰ ਆਵਾਜ਼ ਨਹੀਂ ਆ ਰਹੀ। ਤੁਹਾਡਾ ਜਿਹੜਾ ਮੈਕ ਹੈ ਉਹ ਇੱਥੋਂ ਪ੍ਰੋਬਲਮ, ਤੁਹਾਡੀ ਪ੍ਰੋਬਲਮ ਹੈ। ਸਭ ਨੂੰ ਆਵਾਜ਼ ਆ ਰਹੀ ਹੈ, ਸਭ ਨੂੰ। ਹਾਂਜੀ ਹਾਂਜੀ, ਵਾਹਿਗੁਰੂ ਜੀ। ਤੇ ਆਪਣੇ ਆਪਣੇ ਜਿਹੜੇ ਵਾਹਿਗੁਰੂ, ਆਪਣੇ ਆਪਣੇ ਹਰ ਧਰਮ ਦੇ ਕਹਿਣ ਤੋਂ ਭਾਵ ਕਿ ਮ੍ਰਿਤਕ ਸਰੀਰ ਨੂੰ ਸਾਂਭਣ ਦੀ ਆਪਣੀ ਆਪਣੀ ਮਰਿਆਦਾ ਹੈ। ਇਸੇ ਤਰ੍ਹਾਂ ਜਿਹੜਾ ਹੈ ਸਿੱਖ ਧਰਮ ਦੇ ਅੰਦਰ ਵੀ ਇੱਕ ਮਰਿਆਦਾ ਪੰਥ ਨੇ ਬਣਾਈ ਹੈ ਕਿ ਜਿਹਦੇ ਨਾਲ ਮ੍ਰਿਤਕ ਸਰੀਰ ਨੂੰ ਜਿਹੜਾ ਸੰਭਾਲਿਆ ਜਾਵੇ, ਉਹਦਾ ਸੰਸਕਾਰ, ਉਹਦੇ ਅੰਤਿਮ ਰਸਮਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ। ਤੇ ਇਹਦੇ ਵਾਸਤੇ ਸਾਨੂੰ ਜੋ ਪੰਥ ਨੇ ਕੀ ਦੱਸਿਆ ਹੈ ਉਹਦੇ ਬਾਰੇ ਆਪਾਂ ਵਿਚਾਰ ਕਰਨੀ ਹੈ, ਜੋ ਆਪ ਜੀ ਦੀ ਸਕਰੀਨ ਦੇ ਉੱਤੇ ਮੈਂ ਸ਼ੇਅਰ ਕਰ ਲੱਗਾ। ਮ੍ਰਿਤਕ ਸੰਸਕਾਰ। ਹਾਂਜੀ ਵਾਹਿਗੁਰੂ। ਅਸਲ 'ਚ ਕੀ ਹੈ ਕਿ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕਰੀਬ ਸਾਡਾ ਦੂਸਰਿਆਂ ਦੇ ਨਾਲ ਇਹ ਸੰਸਕਾਰ ਰਲਦਾ ਹੈ, ਕਿਉਂਕਿ ਉਹ ਵੀ ਮ੍ਰਿਤਕ ਨੂੰ ਅਗਨੀ ਦੇ ਵਿੱਚ ਜਲਾਉਂਦੇ ਆ ਤੇ ਅਸੀਂ ਵੀ ਜਲਾਉਂਦੇ ਹਾਂ। ਇਸ ਕਰਕੇ ਕੀ ਹੁੰਦਾ ਹੈ ਕਿ ਜਦੋਂ ਕੁਝ ਸੰਸਕਾਰ, ਕੁਝ ਰੀਤਾਂ ਜਦੋਂ ਰਲਦੀਆਂ ਤੇ ਉਦੋਂ ਇੰਝ ਹੁੰਦਾ ਹੈ ਕਿ ਕੁਝ ਉਹਨਾਂ ਦੇ ਜਿਹੜੇ ਆ ਕਰਮ ਕਾਂਡ ਇੱਧਰ ਆ ਜਾਂਦੇ ਆ, ਤੇ ਕੁਝ ਇਸ ਤਰ੍ਹਾਂ ਇੱਕ ਦੂਸਰੇ ਧਰਮ ਦੇ ਵਿੱਚ ਇਹ ਗੱਲਾਂ ਜਿਹੜੀਆਂ ਚਲੇ ਜਾਂਦੀਆਂ। ਤੇ ਪਰ ਜੋ ਮੇਨ ਵਿਸ਼ਾ ਹੈ, ਜੋ ਸਾਡਾ, ਜੋ ਸਤਿਗੁਰਾਂ ਨੇ, ਜੋ ਗੁਰਮਤਿ ਦੇ ਅਨੁਸਾਰੀ ਹੈ, ਜੋ ਸਾਡੇ ਪੰਥ ਨੇ ਨਿਰਧਾਰਿਤ ਕੀਤਾ ਹੈ, ਉਹ ਆਪ ਜੀ ਦੀ ਸਕਰੀਨ ਦੇ ਉੱਤੇ ਆ ਰਿਹਾ। ਆਪ ਜੀ ਪੜ੍ਹ ਸਕਦੇ ਹੋ ਕਿ ਮ੍ਰਿਤਕ ਸੰਸਕਾਰ ਸਭ ਤੋਂ ਪਹਿਲਾਂ ਊੜਾ ਨੰਬਰ ਕਿ ਹਾਂਜੀ, ਪ੍ਰਾਣੀ ਨੂੰ ਮਰਨ ਵੇਲੇ ਜੇ ਮੰਜੇ ਤੇ ਹੋਵੇ ਤਾਂ ਹੇਠਾਂ ਨਹੀਂ ਉਤਾਰਨਾ। ਦੀਵਾ ਵੱਟੀ, ਗਊ ਮਨਸਾਉਣਾ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ। ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ਵਾਹਿਗੁਰੂ ਕਰਨਾ ਹੈ। ਹੁਣ ਇਹ ਮੰਨਿਆ ਜਾਂਦਾ ਸੀ
ਹਿੰਦੂ ਧਰਮ ਦੇ ਅੰਦਰ ਕਿ ਜਦੋਂ ਜੀਅ ਮਰ ਜਾਂਦਾ ਤੇ ਉਹਨੂੰ ਜ਼ਮੀਨ ਤੇ ਲਿਟਾ ਦਿਓ ਤਾਂ ਕਿ ਉਹਦੇ ਜਿਹੜੇ ਸਵਾਸ ਹੈ ਉਹ ਸੁਖੈਨ ਢੰਗ ਦੇ ਨਾਲ ਨਿਕਲ ਜਾਣ। ਇਸ ਕਰਕੇ ਉਹਨੂੰ ਮੰਜੇ ਤੋਂ ਹੇਠਾਂ ਲਾ ਲਿਆ ਜਾਂਦਾ ਸੀ। ਪਰ ਅੱਜ ਕੱਲ ਜਿਹੜੀ ਆਪਾਂ ਕਹਿ ਸਕਦੇ ਹਾਂ ਮੈਡੀਕਲ ਜਿਹੜੀ ਸੇਵਾ ਹੈ ਉਹ ਕਾਫੀ ਹੱਦ ਤੱਕ ਜਿਹੜੀ ਹੈ ਵੱਧ ਚੁੱਕੀ ਹੈ ਤੇ ਇਸ ਤਰ੍ਹਾਂ ਦਾ ਕੋਈ ਵੀ ਕਾਰਜ ਜਿਹੜਾ ਹੈ ਸਾਡੇ ਲਈ ਕਰਨਯੋਗ ਨਹੀਂ, ਆਪਾਂ ਨਹੀਂ ਕਰ ਸਕਦੇ, ਜ਼ਰੂਰਤ ਵੀ ਨਹੀਂ ਹੈ ਕਿਉਂਕਿ ਮ੍ਰਿਤਕ ਬੰਦੇ ਦਾ ਉਸੇ ਵੇਲੇ ਪਤਾ ਲੱਗ ਜਾਂਦਾ। ਅੱਜ ਕੱਲ ਮੈਡੀਕਲ ਤੌਰ ਤੇ ਉਸੇ ਵੇਲੇ ਡਾਕਟਰ ਦੱਸ ਦਿੰਦੇ ਕਿ ਹਾਂ ਇਹ ਮ੍ਰਿਤਕ ਹੈ, ਇਹਦੀ ਮੌਤ ਹੋ ਚੁੱਕੀ ਆ। ਤੇ ਇਸ ਕਰਕੇ ਸਾਨੂੰ ਵਿਸ਼ੇਸ਼ ਤੌਰ ਦੇ ਉੱਤੇ ਇਸ ਤਰ੍ਹਾਂ ਦਾ ਕੋਈ ਜਿਹੜਾ ਹੈ ਮੰਜੇ ਦੇ ਹੇਠਾਂ ਤਾਰਨਾ ਇਹ ਨਹੀਂ ਕਰਨਾ ਚਾਹੀਦਾ। ਫਿਰ ਉਸ ਤੋਂ ਬਾਅਦ ਦੀਵਾ ਵੱਡੀ, ਜਿਵੇਂ ਦੀਵਾ ਜਗਾ ਦਿੰਦੇ ਆ, ਉਸ ਦਿਨ ਆਪਾਂ ਦੀਵੇ ਦੀ ਗੱਲ ਕੀਤੀ ਸੀ ਕਿ ਜੋ ਗਰੁੜ ਪੁਰਾਣ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਜਦੋਂ ਮ੍ਰਿਤਕ ਚੜ੍ਹਾਈ ਕਰ ਜਾਂਦਾ ਹੈ ਤੇ ਉਹਨੂੰ 360 ਦਿਨ ਲੱਗਦੇ ਆ। ਕਹਿੰਦੇ ਕਿ ਜਦੋਂ ਉਹ ਦਰਗਾਹ ਦੇ ਵਿੱਚ ਪਹੁੰਚਦਾ ਹੈ ਜਿੱਥੇ ਧਰਮ ਰਾਜਾ ਉਹਦੇ ਕਰਮਾਂ ਨੂੰ ਵਾਚਦਾ ਹੈ। ਤੇ ਸੋ ਉਹ ਜਿਹੜੀ ਗੱਲ ਹੈ ਗਰੁੜ ਪੁਰਾਣ ਦੇ ਵਿੱਚ ਹੈ। ਹਿੰਦੂ ਮਤ ਦੇ ਵਿੱਚ ਭਾਵੇਂ ਉਹ ਜਗਾਉਣ ਭਾਵੇਂ ਨਾ ਜਗਾਉਣ, ਪਰ ਸਾਨੂੰ ਜਿਹੜਾ ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਇਹ ਸਰੀਰ ਜਿਹੜਾ ਮਨੁੱਖ ਛੱਡ ਕੇ ਉਸ ਤੋਂ ਬਾਅਦ ਜਿਹੜਾ ਹੈ ਇੱਥੋਂ ਚਲਾ ਜਾਂਦਾ। ਇਸ ਕਰਕੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਦੀਵਾ ਜਗਾਉਣਾ ਤੇ ਕੋਈ ਵੱਟੀ ਇਸ ਤਰ੍ਹਾਂ ਭਰਨੀ ਇਹ ਮਨਮਤ ਹੈ। ਫਿਰ ਗਊ ਮਨਸਾਉਣਾ, ਪੰਡਿਤ ਨੂੰ ਗਊ ਦਿੱਤੀ ਜਾਂਦੀ ਸੀ। ਵੈਤਰਣੀ ਨਦੀ ਜਿਹੜੀ ਆ ਕਾਲਪਨਿਕ ਨਦੀ ਮੰਨੀ ਗਈ ਹੈ ਇੱਕ ਵੈਤਰਣੀ ਜੋ ਹੈ। ਹਾਂਜੀ ਕਵਲ ਸਿੰਘ ਜੀ, ਹੁਣ ਤੁਹਾਨੂੰ ਆਵਾਜ਼ ਆ ਰਹੀ ਹੋਏਗੀ। ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਤੁਹਾਡਾ ਜਿਹੜਾ ਲੈਫਟ ਸਾਈਡ ਤੋਂ ਮੈਕ ਤੁਸੀਂ ਮਿਊਟ ਨਹੀਂ ਕੀਤਾ ਤਾਂ ਤੁਹਾਨੂੰ ਆਵਾਜ਼ ਨਹੀਂ ਆ ਰਹੀ ਸੀ। ਹੁਣ ਤੁਹਾਨੂੰ ਆਵਾਜ਼ ਆ ਰਹੀ ਹੈ, ਤੁਸੀਂ ਆਪਣੀ ਆਵਾਜ਼ ਥੋੜੀ ਵਧਾ ਲਓ ਤੇ ਤੁਹਾਨੂੰ ਜਿਹੜੀ ਸੁਖੈਨ ਢੰਗ ਦੇ ਨਾਲ ਆਵਾਜ਼ ਆ ਸਕੇ। ਕਵਲ ਸਿੰਘ ਜੀ, ਹਾਂਜੀ। ਤੇ ਗਊ ਮਨਸਾਉਣਾ ਹੁੰਦਾ ਸੀ। ਉਹ ਪੰਡਿਤ ਲੋਕ ਇਹ ਕਹਿੰਦੇ ਆ ਕਿ ਜਦੋਂ ਤੁਹਾਡਾ ਕੋਈ ਜੀਵ ਚੜ੍ਹਾਈ ਕਰ ਜਾਂਦਾ ਜਿਹਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਉਹ ਵੈਤਰਣੀ ਜਿਹੜੀ ਕਾਲਪਨਿਕ ਨਦੀ ਨਾਲ ਗਿਣੀ ਹੈ ਉਹ ਪਾਰ ਕਰਨੀ ਪੈਂਦੀ ਹੈ। ਤੇ ਉਹ ਪਾਰ ਜਿਹੜੀ ਕਰਨ ਲੱਗਿਆ ਬੰਦਾ ਡੁੱਬ ਵੀ ਕਹਿੰਦੇ ਸਕਦਾ ਹੈ। ਤੇ ਇਸ ਕਰਕੇ ਉਸ ਨਦੀ ਨੂੰ ਪਾਰ ਕਰਨ ਵਾਸਤੇ ਤੁਹਾਨੂੰ ਪੰਡਿਤ ਨੂੰ ਇੱਕ ਗਾਂ ਦੇਣੀ ਪਊਗੀ ਤੇ ਉਹ ਗਾਂ ਜਿਹੜੀ ਹੈ ਉਹਦੀ ਪੂਛ ਫੜ ਕੇ ਤੁਹਾਡਾ ਜਿਹੜਾ ਮ੍ਰਿਤਕ ਹੈ ਉਹ ਵੈਤਰਣੀ ਨਦੀ ਪਾਰ ਕਰੇਗਾ ਤਾਂ ਕਿ ਉਹ ਡੁੱਬੇ ਨਾ। ਇੱਕ ਕਾਲਪਨਿਕ ਨਦੀ ਹੈ, ਕਾਲਪਨਿਕ ਨਦੀ ਕਹਿੰਦੇ ਲੰਘ ਕੇ ਜਾਣਾ ਹੈ ਜਿਹਦਾ ਨਾਮ ਵੈਤਰਣੀ ਹੈ। ਤੇ ਉਹ ਵੈਤਰਣੀ ਨਦੀ ਪਾਰ ਕਰਨ ਵਾਸਤੇ ਗਊ ਦੀ ਪੂਛ ਫੜ ਕੇ ਉਹਨੂੰ ਪਾਰ ਕਰਨਾ ਪੈਣਾ ਹੈ। ਇਸ ਕਰਕੇ ਉਹ ਕਹਿੰਦੇ ਆ ਕਿ ਗਊ ਜਿਹੜੀ ਆ ਉਹ ਪੰਡਿਤ ਨੂੰ ਦਾਨ ਕੀਤੀ ਜਾਵੇ। ਸੋ ਇਹਦੇ ਵਿੱਚ ਵੇਖਣ ਵਾਲਾ ਇਹ ਆ ਕਿ ਗਊ ਜਿਹੜੀ ਉਹ ਇਸ ਸੰਸਾਰ ਦੇ ਵਿੱਚ ਹੈ ਤੇ ਪੰਡਿਤ ਬੜਾ ਸ਼ੈਤਾਨ ਸੀ। ਉਹਨੇ ਬੜੇ ਢੰਗ ਦੇ ਨਾਲ ਇਹ ਤਰੀਕਾ ਵਰਤਿਆ ਕਿ ਇੱਕ ਗਊ ਲੈ ਜਾਗਾ ਇਹਨਾਂ ਕੋਲੋਂ, ਚੰਗੀ ਗਊ, ਵਧੀਆ ਤੋਂ ਵਧੀਆ ਗਊ ਮੰਗ ਕਰਦੇ ਸੀ ਤੇ ਉਹ ਘਰ ਜਾ ਕੇ ਨਾਲੇ ਤੇ ਆਪਣੇ ਬੱਚਿਆਂ ਨੂੰ ਦੁੱਧ ਪਿਆਵਾਂਗੇ ਤੇ ਨਾਲੇ ਨਜ਼ਾਰੇ ਲਵਾਂਗੇ। ਤੇ ਇੱਧਰ ਜਿਹੜਾ ਜਜਮਾਨ ਹੁੰਦਾ ਸੀ ਉਹ ਵੀ ਚੰਗੀ ਤੋਂ ਚੰਗੀ ਗਊ ਦੇ ਦਿੰਦਾ ਸੀ, ਚੰਗੇ ਪੈਸੇ ਖਰਚ ਕੇ ਦੇ ਦੇਣੀ ਤੇ ਉਹ ਅੱਗੇ ਜਾ ਕੇ ਉਹ ਕੋਈ ਨਦੀ ਕਿਹੜੀ ਤਰਨੀ ਹੁੰਦੀ ਹੈ ਉਹ ਤਾਂ ਸਿੱਧਾ ਆਪਣਾ ਲੇਖਾ ਹੋਣਾ ਹੈ ਪ੍ਰਮਾਤਮਾ ਦੇ ਦਰ ਤੇ। ਉਹਦਾ ਪਤਾ ਹੀ ਹੈ ਕੋਈ ਇਸ ਤਰ੍ਹਾਂ ਨਦੀਆਂ ਪਾਰ ਕਰਨ ਵਾਲੀ ਤੇ ਕਿਹੜੀ ਗੱਲ ਹੁੰਦੀ ਹੈ। ਤੇ ਉਹ ਫਿਰ ਜਿਹੜਾ ਹੈ ਉਹ ਜਜਮਾਨ ਚੰਗੀ ਤੋਂ ਚੰਗੀ ਗਊ ਦੇ ਦਿੰਦਾ ਸੀ ਕਿ ਸਾਡਾ ਜਿਹੜਾ ਮ੍ਰਿਤਕ ਹੈ, ਜਿਹੜਾ ਜਿਹਦੀ ਮੌਤ ਹੋਈ ਹੈ, ਉਹ ਨਦੀ ਪਾਰ ਕਰ ਲਏਗਾ ਸੌਖੇ ਢੰਗ ਨਾਲ ਮੱਝ ਗਾਂ ਦੀ ਪੂਛ ਫੜ ਕੇ। ਤੇ ਇਸ ਕਰਕੇ ਉਹ ਗਊ ਜਿਹੜੀ ਉਹ ਲੈਂਦੇ ਸੀ। ਇੱਥੇ ਪੰਥ ਨੇ ਗੱਲ ਕਹੀ ਹੈ ਕਿ ਇਸ ਤਰ੍ਹਾਂ ਦੀ ਕੋਈ ਗਊ ਦਾਨ ਕਰਨਾ, ਗਊ ਮਨਸਾਉਣਾ ਨਹੀਂ ਕਰਨਾ, ਗਊ ਜਿਹੜੀ ਪੰਡਿਤ ਨੂੰ ਨਹੀਂ ਦੇਣੀ, ਇਸ ਤਰ੍ਹਾਂ ਦਾ ਕੋਈ ਕਾਰਜ ਨਹੀਂ ਕਰਨਾ, ਮਨਮਤ ਹੈ। ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ। ਹੋਰ ਕਈ ਤਰ੍ਹਾਂ ਦੇ ਮਨਮਤ ਸੰਸਕਾਰ ਜਿਹੜੇ ਮੰਨੇ ਜਾਂਦੇ ਆ ਕਿ ਮ੍ਰਿਤਕ ਦੇ ਨੱਕ 'ਚ ਰੂੰ ਦੇ ਦਿਓ, ਉਹਦੇ ਕੰਨਾਂ ਵਿੱਚ ਰੂੰ ਦੇ ਦਿਓ, ਇਸ ਤਰ੍ਹਾਂ ਕਰਕੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਰੀਕੇ ਢੰਗ ਜਿਹੜੇ ਵਰਤੇ ਜਾਂਦੇ ਆ। ਕੁਝ ਲੋਕ ਰੇਤ ਦਾ ਕੋਈ ਭਰ ਕੇ ਨਾ ਪਰਾਤ ਜੀ ਉਹਨੂੰ ਮ੍ਰਿਤਕ ਦੇ ਸਰਾਣੇ ਦੇ ਥੱਲੇ ਰੱਖ ਦਿੰਦੇ ਆ। ਜਿਸ ਮੰਜੇ ਤੇ ਪਿਆ ਹੁੰਦਾ ਹੈ ਨਾ ਉਹਦੇ ਥੱਲੇ ਰੱਖ ਦਿੰਦੇ ਆ ਜੀ। ਇਹ ਜਦੋਂ ਅਗਲੇ ਜਨਮ 'ਚ ਜਾਏਗਾ ਤੇ ਪਤਾ ਲੱਗ ਜਾਂਦਾ ਅਗਲਾ ਕਿਹੜਾ ਜਨਮ ਹੈ। ਕੀ ਪਤਾ ਕਿਹੜੇ ਜਨਮ 'ਚੋਂ ਆਏ ਆ ਤੇ ਕਿਹੜੇ ਜਨਮ 'ਚ ਜਾਣਾ ਹੈ, ਇਹ ਕੋਈ ਪਤਾ ਨਹੀਂ ਕਿਉਂਕਿ ਬਹੁਤ ਜਨਮ ਪਿਛਲੇ ਤੇ ਮਾਧੋ ਕਈ ਜਨਮ ਹੋ ਗਏ ਸਾਨੂੰ, ਕਈ ਜਨਮ ਗਾ ਜ਼ਮੀਨ ਕਰੰਗਾ, ਕਈ ਜਨਮ ਹਨਾ। ਸਤਿਗੁਰਾਂ ਨੇ ਗੁਰਬਾਣੀ 'ਚ ਜੋ ਵਾਕ ਦੱਸੇ ਆ ਕਿ ਪਤਾ ਨਹੀਂ ਕਿੰਨੇ ਕੁ ਜਨਮ ਜਿਹੜੇ ਅਸੀਂ ਭੋਗੇ ਆ ਤੇ ਕਿੰਨੇ ਕੁ ਭੋਗਣੇ ਆ। ਤੇ ਇਹ ਤਾਂ ਨਾਮ ਦੇ ਨਾਲ ਹੀ ਮਨੁੱਖ ਦਾ ਪਾਰ ਉਤਾਰਾ ਹੋਣਾ, ਜਿਹਦੀ ਗੱਲ ਅਗਲੀ ਪੰਕਤੀ 'ਚ ਅਗਲੀ ਲਾਈਨ 'ਚ ਕਹੀ ਹੈ ਪੰਥ ਨੇ ਕਿ ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ਵਾਹਿਗੁਰੂ ਵਾਹਿਗੁਰੂ ਕਰਨਾ ਹੈ। ਗੁਰਬਾਣੀ ਦਾ ਪਾਠ ਕੀਤਾ ਜਾਵੇ, ਗੁਰਬਾਣੀ ਪੜ੍ਹੀ ਜਾਵੇ ਵੱਧ ਤੋਂ ਵੱਧ ਮ੍ਰਿਤਕ ਦੇ ਨੇੜੇ,
ਸੁਖਮਨੀ ਸਾਹਿਬ ਦਾ ਜਾਪ ਕਈ ਪਿਆਰੇ ਕਰਦੇ ਆ, ਕਈ ਆਸਾ ਦੀ ਵਾਰ ਦਾ ਜਾਪ ਕਰਦੇ ਆ, ਕਈ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਆ। ਇਸ ਤਰ੍ਹਾਂ ਕਰਕੇ ਗੁਰਬਾਣੀ ਦਾ ਜਿਹੜਾ ਹੈ ਪਾਠ ਉਹ ਦੇ ਲਾਗੇ ਕਰਨਾ ਚਾਹੀਦਾ ਮ੍ਰਿਤਕ ਦੇ, ਜਦੋਂ ਮਨੁੱਖਾ ਸਰੀਰ ਛੱਡ ਕੇ ਮਨੁੱਖ ਚਲਾ ਜਾਂਦਾ ਹੈ। ਉਸ ਤੋਂ ਅੱਗੇ ਆ ਜਾਓ ਜੀ, ਐੜਾ ਨੰਬਰ। ਪ੍ਰਾਣੀ ਦੇ ਦੇਹ ਤਿਆਗਣ ਤੇ ਧਾਹਾ ਨਹੀਂ ਮਾਰਨੀ, ਪਿੱਟਣਾ ਜਾਂ ਸਿਆਪਾ ਨਹੀਂ ਕਰਨਾ, ਮਨ ਨੂੰ ਵਾਹਿਗੁਰੂ ਦੀ ਰਜਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣਾ ਚੰਗਾ ਹੈ। ਹੁਣ ਜ਼ਿਆਦਾਤਰ ਇਹੀ ਕਰਦੇ ਆ ਲੋਕ ਕਿ ਜਦੋਂ ਪ੍ਰਾਣੀ ਜਿਹੜਾ ਸੰਸਾਰ ਤੋਂ ਜਾਂਦਾ ਹੈ ਤੇ ਲੋਕ ਧਾਹਾਂ ਮਾਰ ਮਾਰ ਕੇ ਰੋਂਦੇ ਆ ਕਿ ਸਾਡਾ ਬੜਾ ਪਿਆਰਾ ਸੀ, ਇਹਦੇ ਨਾਲ ਹੁਣ ਘਰ ਨਹੀਂ ਚੱਲਣਾ। ਇਸ ਤਰ੍ਹਾਂ ਦੀਆਂ ਕਈ ਗੱਲਾਂ ਜਿਹੜੀਆਂ ਕਹਿ ਕਹਿ ਕੇ ਤੇ ਪਿੱਟ ਸਿਆਪਾ ਪਾਉਂਦੇ ਆ ਲੋਕ। ਪਰ ਸਤਿਗੁਰਾਂ ਨੇ ਕਹਿ ਦਿੱਤਾ ਕਿ ਅਜਿਹੀ ਜਿਹੜੀ ਗੱਲ ਹੈ ਉਹ ਗੁਰਮਤ ਦੇ ਵਿਰੁੱਧ ਹੈ। ਸਤਿਗੁਰਾਂ ਨੇ ਸਾਨੂੰ ਵਡਹੰਸ ਰਾਗ ਦੇ ਅੰਦਰ ਅਲਾਣੀਆਂ ਜਿਹੜਾ ਜਾਪ ਹੈ ਨਾ, ਅਲਾਣੀਆਂ ਉਹ ਦਿੱਤੀਆਂ। ਉਹਦੇ ਵਿੱਚ ਕੀ ਹੈ ਕਿ ਉਹ ਅਲਾਣੀਆਂ ਦਾ ਜਾਪ ਜਿਹੜਾ ਹੈ ਸਮੁੱਚਾ ਪਰਮਾਤਮਾ ਦੇ ਨਾਲ ਮਿਲਾਪ ਦੀ ਗੱਲ ਹੈ ਇਹਦੇ ਵਿੱਚ, ਤੇ ਉਹੀ ਆਪਾਂ ਨੂੰ ਪੜ੍ਹਨਾ ਚਾਹੀਦਾ। ਤੇ ਗੁਰਮੁਖ ਪਿਆਰੇ ਪੜ੍ਹਦੇ ਵੀ ਆ, ਜੈਤਸਰੀ ਦੀ ਵਾਰ ਵੀ ਪੜ੍ਹਦੇ ਆ, ਮਹੱਲੇ ਪੰਜਵੇਂ ਕੀ ਜੈਤਸਰੀ ਦੀ ਵਾਰ ਉਹ ਵੀ ਪੜ੍ਹੀ ਜਾਂਦੀ ਆ। ਤੋ ਕਹਿਣ ਤੋਂ ਭਾਵ ਵੀ ਇਹੋ ਜਿਹੀ ਕੋਈ ਧਾਪ ਮਾਰ ਕੇ ਰੋਣਾ ਜਾਂ ਪਿੱਟ ਸਿਆਪਾ ਕਰਨਾ, ਕਿਉਂਕਿ ਜੀਵ ਜਿਹੜਾ ਸੰਸਾਰ ਦੇ ਉੱਤੇ ਆਇਆ ਇਹਨੇ ਇੱਕ ਦਿਨ ਜਾਣਾ ਹੀ ਜਾਣਾ। ਕੋਈ ਪਤਾ ਨਹੀਂ ਉਹ ਉਹਦੀ ਫਸਲ ਹੈ ਸਾਰੀ, ਉਹ ਕੱਚੀ ਵੱਢ ਲੇ ਪੱਕੀ ਵੱਢ ਲੇ, ਜਿਵੇਂ ਮਰਜ਼ੀ ਕਰੇ ਉਹਨੇ ਤੇ ਲੈ ਹੀ ਜਾਣਾ ਹੈ। ਇਸ ਕਰਕੇ ਇਸ ਤਰ੍ਹਾਂ ਕੋਈ ਧਾ ਮਾਰਨੀ ਪਿੱਟ ਸਿਆਪਾ ਕਰਨਾ, ਇਹਦੇ ਨਾਲ ਬੰਦਾ ਵਾਪਸ ਨਹੀਂ ਆ ਸਕਦਾ, ਕਿਉਂਕਿ ਜਿਹਨੇ ਜਾਣਾ ਹੈ ਉਹਨੂੰ, ਜਿਹਨੇ ਲੈ ਕੇ ਜਾਣਾ ਉਸ ਪਰਮਾਤਮਾ ਨੇ ਲੈ ਹੀ ਜਾਣਾ ਹੈ। ਇਸ ਕਰਕੇ ਸਾਧ ਸੰਗਤ ਇੱਥੇ ਇਹ ਗੱਲ ਕਹੀ ਹੈ ਕਿ ਕੋਈ ਪਿੱਟ ਸਿਆਪਾ ਧਾ ਨਹੀਂ ਮਾਰਨੀ, ਸਿਰਫ ਤੇ ਸਿਰਫ ਵਾਹਿਗੁਰੂ ਦਾ ਜਾਪ, ਗੁਰਬਾਣੀ ਦਾ ਜਾਪ ਪਾਠ ਜਿਹੜਾ ਵੱਧ ਤੋਂ ਵੱਧ ਨੇੜੇ ਕੀਤਾ ਜਾਵੇ। ਕਿਉਂਕਿ ਮਨ ਰਜ਼ਾ ਵਿੱਚ ਆਵੇ, ਮਨ ਇਸ ਰਜ਼ਾ ਦੇ ਵਿੱਚ ਆਵੇ ਕਿ ਜੋ ਹੈ ਮ੍ਰਿਤਕ ਉਹਨੇ ਵੀ ਜਾਣਾ ਹੈ ਤੇ ਅਸੀਂ ਵੀ ਇਸ ਸੰਸਾਰ ਤੋਂ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ। ਮਨ ਰਜ਼ਾ ਦੇ ਵਿੱਚ ਆਵੇ, ਇਸ ਸੰਸਾਰ ਦੇ ਉੱਤੇ ਆਪਾਂ ਕਿਸੇ ਨੇ ਨਹੀਂ ਰਹਿਣਾ। ਇਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਪਿੱਟ ਸਿਆਪਾ ਕਰਨਾ ਇਹ ਗੁਰਮਤ ਦੇ ਵਿਰੁੱਧ ਹੈ। ਈੜੀ ਨੰਬਰ। ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ, ਸੋ ਵੀ ਸੰਸਕਾਰ ਨਾ ਚਾਹੀਏ। ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ ਉੱਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ। ਹੁਣ ਜੇ ਕੋਈ ਪ੍ਰਾਣੀ ਚੜ੍ਹਾਈ ਕਰਦਾ, ਭਾਵੇਂ ਛੋਟੀ ਉਮਰ ਦਾ ਬੱਚਾ ਕਿਉਂ ਨਹੀਂ ਆ, ਤੇ ਭਾਵੇਂ ਜਿੰਨਾ ਮਰਜ਼ੀ ਬਜ਼ੁਰਗ ਆ, ਕਿਸੇ ਵੀ ਉਮਰ ਦਾ ਹੋਵੇ, ਉਹਦਾ ਸੰਸਕਾਰ ਪਹਿਲਾਂ ਕਰਨਾ ਚਾਹੀਦਾ। ਸਭ ਤੋਂ ਪਹਿਲੀ ਰੀਤ ਇਹ ਆ ਕਿ ਉਹਦਾ ਸੰਸਕਾਰ ਹੋਵੇ, ਭਾਵ ਉਹਨੂੰ ਚਿਖਾ ਚਿਣ ਕੇ ਉਹਦੇ ਉੱਤੇ ਲਿਟਾ ਕੇ ਅੱਗ ਲਾਈ ਜਾਵੇ, ਤੇ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਪਰ ਜੇ ਕਿਤੇ ਇਹੋ ਜਿਹਾ ਪ੍ਰਬੰਧ ਨਾ ਹੋ ਸਕੇ, ਕਈ ਜਗ੍ਹਾਵਾਂ ਐਸੀਆਂ ਹਨ ਸੰਸਾਰ ਦੇ ਉੱਤੇ ਜਿੱਥੇ ਲੱਕੜਾਂ ਜਿਹੜੀਆਂ ਸੁੱਕੀਆਂ ਨਹੀਂ ਮਿਲ ਸਕਦੀਆਂ, ਤੇ ਉੱਥੇ ਫਿਰ ਸੰਸਕਾਰ ਦੀ ਥਾਂ ਦੇ ਉੱਤੇ ਜਲ ਪ੍ਰਵਾਹ ਕਰਨ ਦਾ ਤਰੀਕਾ ਵੀ ਹੈ ਸਾਡੇ ਕੋਲ, ਤੇ ਜਾਂ ਉਹਨੂੰ ਤੁਸੀਂ ਦਬਾ ਵੀ ਸਕਦੇ ਹੋ, ਕੋਈ ਹੋਰ ਤਰੀਕਾ ਵੀ ਕਰ ਸਕਦੇ ਹੋ। ਕਹਿਣ ਤੋਂ ਭਾਵ ਕਿ ਮਨੁੱਖੀ ਜਿਹੜਾ ਸਰੀਰ ਹੈ ਉਹਨੂੰ ਸੰਭਾਲਣਾ ਚਾਹੀਦਾ ਹੈ। ਵਾਹਿਗੁਰੂ। ਹਾਂਜੀ, ਸਵਾਲ ਆਇਆ ਹੈ ਜੀ ਇੱਕ, ਇਹ ਆਪਾਂ ਅਖੀਰ ਦੇ ਉੱਤੇ ਵਿਚਾਰਦੇ ਹਾਂ। ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜਲ ਪ੍ਰਵਾਹ ਕਰਨ ਦਾ ਕਾਰਜ ਜਾਂ ਤੁਸੀਂ ਹੋਰ ਕਿਸੇ ਵੀ ਤਰੀਕੇ ਨਾਲ ਮਿੱਟੀ ਦੇ ਵਿੱਚ ਦਬਾ ਵੀ ਸਕਦੇ ਹੋ, ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਨਹੀਂ ਕਰਨਾ। ਅਸਲ 'ਚ ਗੱਲ ਕੀ ਹੈ ਕਿ ਜਿਹੜਾ ਸਰੀਰ ਹੈ ਇਹਨੂੰ ਸੰਭਾਲਣਾ ਜ਼ਰੂਰੀ ਹੈ, ਭਾਵ ਕਿ ਇਹਦੀ ਬੇਅਦਬੀ ਨਾ ਹੋਵੇ, ਕਿਉਂਕਿ ਮ੍ਰਿਤਕ ਜਿਹੜਾ ਚੜ੍ਹਾਈ ਕਰ ਗਿਆ ਉਹਦਾ ਸਰੀਰ ਜਿਹੜਾ ਹੈ ਉਹਦੀ ਬੇਅਦਬੀ ਨਾ ਹੋਵੇ। ਇਸ ਕਰਕੇ ਉਹਨੂੰ ਕੋਈ ਹੋਰ ਤਰੀਕੇ ਦੇ ਨਾਲ ਵੀ ਤੁਸੀਂ ਢੰਗ ਤਰੀਕਾ ਵਰਤ ਸਕਦੇ ਹੋ, ਪਰ ਸਭ ਤੋਂ ਪਹਿਲਾ ਤਰੀਕਾ ਜਿਹੜਾ ਹੈ ਉਹ ਸੰਸਕਾਰ ਦਾ ਹੈ। ਜੇ ਨਹੀਂ ਕਰ ਸਕਦੇ ਫਿਰ ਕੋਈ ਹੋਰ ਤਰੀਕਾ ਵੀ ਤੁਸੀਂ ਜਿਹੜਾ ਉਹ ਵਰਤ ਸਕਦੇ ਹੋ। ਉਹ ਜਲ ਦੇ ਵਿੱਚ ਜਲ ਪ੍ਰਵਾਹ ਵੀ ਕਰ ਸਕਦੇ ਹੋ ਤੇ ਜਾਂ ਮਿੱਟੀ ਦੇ ਵਿੱਚ ਦਬਾ ਵੀ ਸਕਦੇ ਹੋ, ਕੋਈ ਸ਼ੰਕਾ ਨਹੀਂ ਕਰਨੀ ਇਹਦੇ ਵਿੱਚ। ਨੰਬਰ ਸਸਤਾ। ਸੰਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ। ਮਨੁੱਖੀ ਸਰੀਰ ਨੂੰ ਜਦੋਂ ਸੰਸਕਾਰਨਾ ਹੈ, ਜਦੋਂ ਅਗਨ ਲਾਉਣੀ ਹੈ, ਤੇ ਉਸ ਸਮੇਂ ਇਹ ਕਿਸੇ ਤਰ੍ਹਾਂ ਦਾ ਕੋਈ ਭਰਮ ਨਹੀਂ ਕਰਨਾ ਦਿਨ ਜਾਂ ਰਾਤ ਦਾ। ਜਦੋਂ ਵੀ ਸਾਰਾ ਪਰਿਵਾਰ ਇਕੱਠਾ ਹੋ ਗਿਆ ਤੇ ਉਦੋਂ ਹੀ ਸੰਸਕਾਰ ਕਰ ਦੇਣਾ ਚਾਹੀਦਾ ਹੈ। ਨੰਬਰ ਹਾਹਾ। ਸਮੁੱਚੀ ਮਰਿਆਦਾ ਕੀ ਹੈ ਜੀ? ਹੁਣ ਇਸ ਹਾਹਾ ਨੰਬਰ ਦੇ ਵਿੱਚ ਹੈ, ਜਦੋਂ ਮ੍ਰਿਤਕ ਸਰੀਰ ਛੱਡ ਜਾਂਦਾ ਹੈ, ਜਦੋਂ ਪ੍ਰਾਣੀ
ਤੇ ਉਸ ਤੋਂ ਬਾਅਦ ਕੀ ਮਰਿਆਦਾ ਵਰਤੀ ਜਾਵੇ, ਇਹ ਹੁਣ ਹਾਏ ਨੰਬਰ 'ਚ ਆਪ ਜੀ ਪੂਰਾ ਡਿਟੇਲ ਦੇ ਨਾਲ ਪੜ੍ਹ ਸਕਦੇ ਹੋ। ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸਵੱਛ ਬਸਤਰ ਪਾਏ ਜਾਣ ਤੇ ਕਕਾਰ ਜੁਦਾ ਨਾ ਕੀਤੇ ਜਾਣ। ਜੋ ਮ੍ਰਿਤਕ ਸਰੀਰ ਹੈ ਉਹਨੂੰ ਇਸ਼ਨਾਨ ਕਰਾਇਆ ਜਾਵੇ ਤੇ ਸਾਫ਼ ਵਸਤਰ ਉਹਨੂੰ ਪਹਿਨਾਏ ਜਾਣ, ਤੇ ਜੇ ਅੰਮ੍ਰਿਤਧਾਰੀ ਸਿੰਘ ਹੈ ਜਾਂ ਸਿੰਘਣੀ ਹੈ ਉਹਦੇ ਕਕਾਰ ਜਿਹੜੇ ਆ ਉਹਨਾਂ ਨੂੰ ਸਰੀਰ ਤੋਂ ਜੁਦਾ ਨਾ ਕੀਤਾ ਜਾਵੇ। ਫਿਰ ਤਖਤੇ ਉੱਤੇ ਪਾ ਕੇ ਚਲਾਣੇ ਦੀ ਅਰਦਾਸ ਚਲਾਣੇ ਲਈ ਅਰਦਾਸਾ ਜਿਹੜਾ ਸੋਧਿਆ ਜਾਵੇ। ਫਿਰ ਅਰਦਾਸਾ ਸੋਧਿਆ ਜਾਵੇ ਕਿ ਬਿਲਕੁਲ ਭਗਵਾਨ ਤਿਆਰ ਹੈ ਤੇ ਚੱਲਣ ਦੀ ਸਤਿਗੁਰੂ ਆਗਿਆ ਬਖਸ਼ੋ। ਤੇ ਇਸ ਤਰ੍ਹਾਂ ਫਿਰ ਚੱਲੇ ਚਾਲੇ ਦਾ ਜਿਹੜਾ ਹੈ ਉਹ ਅਰਦਾਸਾ ਸੋਧਿਆ ਜਾਵੇ। ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ। ਨਾਲ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਜੋ ਗੁਰਬਾਣੀ ਦੇ ਵਿੱਚ ਵਿਰਾਗਮਈ ਸ਼ਬਦ ਹਨ ਉਹਨਾਂ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਜਿਵੇਂ ਹੋਰ ਕਈ ਤਰ੍ਹਾਂ ਦੇ ਸ਼ਬਦ ਤੁਸੀਂ ਪੜ੍ਹ ਸਕਦੇ ਹੋ ਗੁਰਬਾਣੀ ਦੇ ਅੰਦਰ ਹਨ। ਉਹਨਾਂ ਸ਼ਬਦਾਂ ਦਾ ਜੋ ਹੈ ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣੇ ਹਾਰੇ ਕੀ ਕਵਨ ਟੇਕ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਗਲਤ ਪਿਆ। ਇਸ ਤਰ੍ਹਾਂ ਕਰਕੇ ਗੁਰਬਾਣੀ ਦੇ ਸ਼ਬਦ ਜਿਹੜੇ ਆ ਉਹ ਉਚਾਰਨ ਕਰ ਸਕਦੇ ਆ। ਵੈਰਾਗਮਈ ਸੰਸਕਾਰ ਦੀ ਥਾਂ ਤੇ ਪਹੁੰਚ ਕੇ ਚਿਖਾ ਜਿਹੜੀ ਉਹ ਰਚੀ ਜਾਵੇ, ਚਿਖਾ ਬਣਾਈ ਜਾਵੇ ਲੱਕੜਾਂ ਰੱਖ ਕੇ। ਫਿਰ ਸਰੀਰ ਨੂੰ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ। ਚਿਖਾ ਦੇ ਉੱਤੇ ਸਰੀਰ ਨੂੰ ਰੱਖ ਕੇ ਲੱਕੜੀਆਂ ਚਿਣ ਕੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਅਰਦਾਸਾ ਸੋਧਿਆ ਜਾਵੇ ਕਿ ਹੁਣ ਅਗਨ ਭੇਟ ਕਰਨ ਲੱਗੇ ਆ ਸਰੀਰ ਨੂੰ। ਫਿਰ ਪ੍ਰਾਣੀ ਨੂੰ ਅੰਗੀਠੇ ਉੱਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ ਜਾਂ ਹੇਤੂ ਆਦ ਅਗਨੀ ਲਾ ਦੇਵੇ। ਫਿਰ ਉਸ ਤੋਂ ਬਾਅਦ ਭਾਵੇਂ ਰੱਖ ਕੇ ਉੱਪਰ ਵੀ ਅਰਦਾਸਾ ਸੋਧ ਸਕਦੇ ਹੋ, ਜੇ ਪਹਿਲੋਂ ਅਰਦਾਸਾ ਸੋਧਣਾ ਤਾਂ ਵੀ ਤੁਸੀਂ ਸੋਧ ਸਕਦੇ ਹੋ। ਫਿਰ ਉਸ ਤੋਂ ਬਾਅਦ ਜ਼ਿਆਦਾਤਰ ਇੰਝ ਹੀ ਹੁੰਦਾ ਕਿ ਮ੍ਰਿਤਕ ਸਰੀਰ ਨੂੰ ਉੱਪਰ ਰੱਖ ਕੇ ਫਿਰ ਉਸ ਤੋਂ ਬਾਅਦ ਉੱਪਰ ਲੱਕੜਾਂ ਰੱਖ ਕੇ ਅਰਦਾਸਾ ਸੋਧਿਆ ਜਾਂਦਾ ਕਿ ਹੁਣ ਅਗਨ ਭੇਟ ਕਰ ਲੱਗੇ ਆ ਸਰੀਰ ਨੂੰ। ਸੋ ਉਸ ਤੋਂ ਬਾਅਦ ਜਿਹੜਾ ਹੈ ਕੋਈ ਵੀ ਸਖਾ ਸੰਬੰਧੀ ਪੁੱਤਰ ਹੋਵੇ, ਕੋਈ ਵੀ ਹੋਵੇ ਜਿਹੜਾ ਹਿੱਤੂ ਆ, ਉਹ ਆਪਣੇ ਉਸ ਸਰੀਰ ਨੂੰ, ਜੋ ਮ੍ਰਿਤਕ ਦਾ ਰਿਸ਼ਤੇਦਾਰ ਹੈ ਉਸ ਸਰੀਰ ਨੂੰ ਅਗਨ ਭੇਟ ਕਰ ਦੇਵੇ, ਜਿਹੜੀ ਆ ਅਗਨੀ ਉਹ ਲਾ ਦੇਵੇ। ਸੰਗਤ ਕੁਝ ਵਿੱਥ ਤੇ ਬਹਿ ਕੇ ਕੀਰਤਨ ਕਰੇ ਜਾਂ ਵੈਰਾਗਮਈ ਸ਼ਬਦ ਪੜ੍ਹੇ। ਜਿੰਨਾ ਚਿਰ ਅੰਗੀਠਾ ਜਲ ਰਿਹਾ ਹੈ ਆਰੰਭ ਹੁੰਦੀ, ਕਿਉਂਕਿ ਜਦੋਂ ਆਪਾਂ ਮ੍ਰਿਤਕ ਦੇ ਸਰੀਰ ਨੂੰ ਅੱਗ ਲਾਉਂਦੇ ਆ, ਅਗਨੀ ਲਾਉਂਦੇ ਆ, ਤੇ ਉਹ ਹੌਲੀ ਹੌਲੀ ਜਿਹੜੀ ਅੱਗ ਚੱਲਣੀ ਸ਼ੁਰੂ ਹੁੰਦੀ ਹੈ। 2 ਜਾਂ 3 ਜਾਣੇ ਨੇੜੇ ਹੁੰਦੇ ਆ ਜਿਹੜੇ ਉਸ ਅੱਗ ਨੂੰ ਹੋਰ ਜਿਹੜਾ ਹੈ ਮਚਾਉਂਦੇ ਆ, ਤੇ ਜਿੰਨਾ ਚਿਰ ਉਹ ਆਰੰਭ ਹੁੰਦੀ ਆ ਅੱਗ ਉਨੀ ਚਿਰ ਨੇੜੇ ਜਿਹੜਾ ਹੈ ਕੋਈ ਰੋਣ ਜਾਂ ਪਿੱਟਣ ਦਾ ਸਿਆਪਾ ਨਹੀਂ ਕਰਨਾ ਚਾਹੀਦਾ। ਵੈਰਾਗਮਈ ਸ਼ਬਦ ਜਾਂ ਕੀਰਤਨ ਰੂਪ ਦੇ ਵਿੱਚ ਸੰਗਤ ਉੱਥੇ ਸ਼ਬਦ ਪੜ੍ਹੇ ਤੇ ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉੱਠੇ, ਜਦੋਂ ਪੂਰੀ ਤਰ੍ਹਾਂ ਅੰਗੀਠਾ ਬਲ ਗਿਆ, ਕਪਾਲ ਕਿਰਿਆ ਆਦਿ ਕਰਨਾ ਮਨਮਤ ਹੈ। ਬ੍ਰੈਕਟ ਦੇ ਵਿੱਚ ਲਿਖਿਆ ਕਪਾਲ ਕਿਰਿਆ ਕੀ ਹੁੰਦੀ ਸੀ, ਜਿਹੜਾ ਸਿਰ ਹੁੰਦਾ ਹੈ ਨਾ ਮਨੁੱਖ ਦਾ, ਜਿਹੜੀ ਸਿਰ ਦੀ ਹੱਡੀ ਹੁੰਦੀ ਹੈ ਉਹ ਬੜੀ ਸਖਤ ਹੁੰਦੀ ਹੈ, ਉਹ ਛੇਤੀ ਟੁੱਟਦੀ ਨਹੀਂ ਹੈ, ਤੇ ਉਹ ਵਿਸ਼ੇਸ਼ ਤੌਰ ਦੇ ਉੱਤੇ ਉਹਨੂੰ ਠਕੋਰਦੇ ਆ, ਉਹਨੂੰ ਤੋੜਦੇ ਆ, ਉਹ ਕਪਾਲ ਕਿਰਿਆ ਕਰਦੇ ਆ, ਤੇ ਇਹੋ ਜਿਹੀ ਕਿਰਿਆ ਮਨਮਤ ਹੈ। ਫਿਰ ਉਸ ਤੋਂ ਬਾਅਦ ਜਦੋਂ ਸਾਰਾ ਸਰੀਰ ਜਿਹੜਾ ਆ ਉਹ ਪੂਰਾ ਮੱਚ ਜਾਵੇ, ਫਿਰ ਨੇੜੇ ਬੈਠ ਕੇ ਕੀਰਤਨ ਸੋਹਲੇ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਸੰਗਤ ਮੁੜ ਆਵੇ। ਅਰਦਾਸਾ ਸੋਧ ਕੇ ਜਿਹੜੀ ਹੈ ਸੰਗਤ ਉੱਥੋਂ ਵਾਪਸ ਮੁੜੇ ਆਵੇ। ਤੇ ਹੋਰ ਜਿਹੜੇ ਆ ਮਨਮਤ ਦੇ ਕਾਰਜ ਉਹ ਉੱਥੇ ਨਹੀਂ ਕੀਤੇ ਜਾਂਦੇ। ਜਿਵੇਂ ਜ਼ਿਆਦਾਤਰ ਕੀ ਹੁੰਦਾ ਜਦੋਂ ਮੁੜ ਲੱਗਦੇ ਆ ਨਾ, ਮੈਂ ਕਈ ਜਗ੍ਹਾ ਦੇਖਿਆ, ਮੈਂ ਵੀ 1-2 ਮ੍ਰਿਤਕ ਸੰਸਕਾਰਾਂ ਦੇ ਉੱਤੇ ਗਿਆ, ਤੇ ਉਹ ਕੀ ਕਰਦੇ ਆ ਕਿ ਜਦੋਂ ਵਾਪਸ ਮੁੜ ਲੱਗਦੇ ਉਹ ਕਿਸੇ ਰੁੱਖ ਦਾ ਪੱਤਾ ਤੋੜਦੇ ਆ। ਕਾਫੀ ਥਾਈਂ ਇਸ ਤਰ੍ਹਾਂ ਵੀ ਮੈਂ ਦੇਖਿਆ, ਤੇ ਉਹ ਕਹਿੰਦੇ ਵੀ ਅੱਜ ਤੋਂ ਤੇਰੀ ਸਾਡੇ ਨਾਲ ਟੁੱਟੀ, ਇਸ ਤਰ੍ਹਾਂ ਕੁਝ ਬੋਲਦੇ ਵੀ ਆ, ਪਤਾ ਨਹੀਂ। ਤੇ ਫਿਰ ਉਸ ਤੋਂ ਬਾਅਦ ਕਈ ਜਿਹੜਾ ਹੈ ਉੱਥੋਂ ਨਲਕੇ ਤੋਂ ਮੂੰਹ ਹੱਥ ਧੋ ਕੇ ਵੀ ਆਉਂਦੇ ਆ, ਪਤਾ ਨਹੀਂ ਕਿਸ ਵਾਸਤੇ, ਉਹਦੇ ਪਿੱਛੇ ਕੋਈ ਲੌਜਿਕ ਤੇ ਨਹੀਂ। ਕਹਿੰਦੇ ਆ ਜੀ ਅਸੀਂ ਜਿਹੜਾ ਮ੍ਰਿਤਕ ਹੈ ਉਹ ਨਾਲ ਨਹੀਂ ਆਉਂਦਾ, ਉਹਦਾ ਮੋਹ ਟੁੱਟ ਜਾਂਦਾ, ਤੇ ਜਿਹੜਾ ਚਲਾ ਹੀ ਗਿਆ, ਜਿਹਨੇ ਸਰੀਰ ਦਾ ਹੀ ਮੋਹ ਛੱਡ ਦਿੱਤਾ, ਜਿਹੜਾ ਸਰੀਰ ਤੋਂ ਹੀ ਛੱਡ ਕੇ ਸਰੀਰ ਨੂੰ ਚਲਾ ਗਿਆ, ਉਹਨੇ ਤੁਹਾਡੇ ਪਿੱਛੇ ਕੀ ਆਉਣਾ। ਇਸ ਕਰਕੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਮਨਮਤ ਹੈ ਨਹੀਂ ਕਰਨੀ। ਅਰਦਾਸਾ ਸੋਧ ਕੇ ਸੰਗਤ ਉੱਥੋਂ ਵਾਪਸ ਮੁੜ ਆਵੇ। ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਵਿੱਚ ਪ੍ਰਾਣੀ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ। ਫਿਰ ਆਣ ਕੇ ਵਾਪਸ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕੀਤਾ ਜਾਵੇ। ਉਹੀ ਮਰਿਆਦਾ ਹੈ ਸਹਿਜ ਪਾਠ ਆਰੰਭ ਕਰਨ ਦੀ, ਜਿਹੜੀ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ। 6 ਪੌੜੀਆਂ ਨਾਨਕ ਸਾਹਿਬ ਦੀਆਂ ਤੇ ਅਰਦਾਸ ਹੋਵੇ, ਤੇ ਫਿਰ 10ਵੇਂ ਦਿਨ ਜਿਹੜਾ ਹੈ ਨਾ ਭੋਗ ਪਾਇਆ ਜਾਵੇ ਇਹਦਾ। ਜੇ 10ਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੇ ਸੌਖ ਨੂੰ ਮੁੱਖ ਰੱਖ ਕੇ ਨਿਯਤ ਕੀਤਾ ਜਾਵੇ।
ਇੱਥੇ ਪੰਥ ਨੇ ਗੱਲ ਸਹਿਜ ਪਾਠ ਆਰੰਭ ਕਰਨ ਦੀ ਕੀਤੀ ਆ ਕਿ ਜਿਸ ਦਿਨ ਪੁਰਾਣੀ ਚੜ੍ਹਾਈ ਕੀਤਾ ਉਸ ਦਿਨ ਜਿਹੜਾ ਸਹਿਜ ਪਾਠ ਆਰੰਭ ਕਰ ਲਏ 10ਵੇਂ ਦਿਨ ਭੋਗ ਪਾਵੇ। ਤੇ ਜੇ ਮਤਲਬ ਸਮਾਂ ਇੰਨਾ ਨਹੀਂ ਹੈ ਤੇ ਅਖੰਡ ਪਾਠ ਵੀ ਚਲੋ ਰੱਖ ਸਕਦੇ ਹੋ, ਪਰ ਸਹਿਜ ਪਾਠ ਦਾ ਫਾਇਦਾ ਇਹ ਹੁੰਦਾ ਹੈ ਕਿ ਜਿਹੜਾ ਪੁਰਾਣੀ ਚੜ੍ਹਾਈ ਕੀਤਾ ਉਹਦੇ ਵਿੱਚ ਜਦੋਂ ਅਖੰਡ ਪਾਠ ਰੱਖਿਆ ਜਾਂਦਾ ਹੈ ਤੇ ਜਦੋਂ ਸਾਰਾ ਪਰਿਵਾਰ ਬੈਠ ਕੇ ਪਾਠ ਸੁਣਦਾ ਹੈ ਤੇ ਮਨ ਨੂੰ ਧੀਰਜ ਆਉਂਦੀ ਹੈ ਤੇ ਰਜਾ ਵਿੱਚ ਮਨ ਆਉਂਦਾ ਹੈ। ਇਸ ਕਰਕੇ ਸਹਿਜ ਪਾਠ ਰੱਖਣਾ ਜਿਹੜਾ ਉਹ ਚਾਹੀਦਾ ਹੈ। ਫਿਰ ਉਸ ਤੋਂ ਬਾਅਦ 10ਵੇਂ ਦਿਨ ਜਿਹੜਾ ਅਰਦਾਸਾ ਹੋਏ ਮ੍ਰਿਤਕ ਦੇ ਸੰਬੰਧ ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਜੇ 10ਵਾਂ ਦਿਨ ਨਾ ਹੋ ਸਕੇ, ਇਹਦੇ ਵਿੱਚ ਕੋਈ ਭਰਮ ਨਹੀਂ ਕਰਨਾ ਕਿ 10ਵੇਂ ਦਿਨ ਹੀ ਅਰਦਾਸਾ ਹੋਵੇ। ਜੇ ਕਿਤੇ ਨਾ ਹੋਵੇ 10ਵੇਂ ਦਿਨ ਅਰਦਾਸਾ ਤੇ ਆਪਾਂ, ਲੱਗਦਾ ਕਿਸੇ ਦਾ ਮਾਈਕ ਔਨ ਹੈ। ਹਾਂਜੀ, 10ਵੇਂ ਦਿਨ ਜਿਹੜਾ ਹੈ ਉਹਦਾ ਅਰਦਾਸਾ ਨਾ ਵੀ ਹੋ ਸਕੇ ਤੇ ਜਿਸ ਦਿਨ ਸਾਰਾ ਪਰਿਵਾਰ ਜਾਂ ਸਾਰੇ ਰਿਸ਼ਤੇ ਸਕੇ ਸੰਬੰਧੀ ਜੁੜ ਸਕਣ, ਉਸ ਦਿਨ ਭੋਗ ਪਾ ਕੇ ਤੇ ਤੁਸੀਂ ਸਮਾਪਤੀ ਕਰ ਸਕਦੇ ਹੋ। ਇਸ ਪਾਠ ਦੇ ਕਰਨ ਵਿੱਚ ਘਰ ਵਾਲੇ ਤੇ ਸੰਬੰਧੀ ਰਲ ਕੇ ਹਿੱਸਾ ਲੈਣ। ਜਿਹੜਾ ਪਾਠ ਹੈ ਸਾਰੇ ਸਕੇ ਸੰਬੰਧੀ ਤੇ ਪਰਿਵਾਰ ਰਲ ਕੇ ਹਿੱਸਾ ਲੈਣ। ਜਿਹੜਾ ਸਹਿਜ ਪਾਠ 10 ਦਿਨਾਂ ਦਾ ਰੱਖਿਆ, ਤੇ ਕਿਉਂਕਿ ਇਹਦੇ ਨਾਲ ਘਰ ਦੇ ਵਿੱਚੋਂ ਜਿਹੜੀ ਹੈ ਮਨ ਦੇ ਵਿੱਚ ਜਿਹੜੀ ਵਿਰਾਗਮਈ ਗੱਲਾਂ ਆਉਂਦੀਆਂ ਹੈ ਕਿ ਬੜਾ ਸੀ ਇਹਦੇ ਨਾਲ ਬੜਾ ਮੋਹ ਸੀ, ਉਹ ਮੋਹ ਟੁੱਟਦਾ ਹੈ ਤੇ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਜਾਣਾ ਸਭ ਨੇ ਹੈ। ਜਦੋਂ ਆਪ ਪਾਠ ਕਰਾਂਗੇ, ਆਪ ਬਾਣੀ ਸੁਣਾਂਗੇ ਤੇ ਇਹਦੇ ਨਾਲ ਮਨ ਦੇ ਵਿੱਚ ਧਰਵਾਸ ਆਉਂਦਾ ਹੈ। ਤੇ ਇਸ ਕਰਕੇ ਇਹ ਜਿਹੜੀ ਗੱਲ ਹੈ ਇਹਨੂੰ ਖਾਸ ਕਰਕੇ ਧਿਆਨ 'ਚ ਰੱਖਣੀ ਹੈ। ਹੋ ਸਕੇ ਤੇ ਉਹ ਪਾਠ ਜਿਹੜਾ ਆਪ ਕਰਨਾ ਹੈ, ਆਪਣੇ ਸਕੇ ਸੰਬੰਧੀਆਂ ਨੂੰ ਕਰਵਾਉਣਾ ਹੈ ਤੇ ਸਾਰਿਆਂ ਨੇ ਰਲ ਕੇ ਇਹਦੇ ਵਿੱਚ ਹਿੱਸਾ ਪਾਉਣਾ ਹੈ। ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਵੀ ਹੋਵੇ। ਜੇ ਹੋ ਸਕੇ ਰਾਤ ਨੂੰ ਕੀਰਤਨ ਵੀ ਹੋਵੇ। ਕੁਝ ਗੁਰਮੁਖ ਪਿਆਰੇ ਜੈਤਸਰੀ ਵਾਰ ਦੇ ਜੈਤਸਰੀ ਵਾਰ ਹੈ ਨਾ, ਮਹੱਲਾ ਪੰਜਵੇਂ ਪਾਤਸ਼ਾਹ ਜੀ ਦੀ, ਉਹਦੇ ਅਰਥਾਂ ਦੀ ਉਹਦੀ ਵਿਆਖਿਆ ਜਿਹੜੀ ਹੈ ਉਹ ਆਰੰਭ ਕਰਾ ਲੈਂਦੇ ਸ਼ਾਮ ਵੇਲੇ। ਕੁਝ ਪਰਿਵਾਰਾਂ ਦੇ ਵਿੱਚ ਇਹ ਮਰਿਆਦਾ ਹੈ। ਉਹ ਜੈਤਸਰੀ ਵਾਰ ਦੇ ਵਿੱਚ ਸਤਿਗੁਰਾਂ ਨੇ ਇਹ ਸਾਰਾ ਹੀ ਦੱਸਿਆ ਕਿ ਜੀਵ ਇਸ ਧਰਤੀ ਤੇ ਆਇਆ ਤੇ ਇਹਨੇ ਇੱਕ ਦਿਨ ਜਾਣਾ ਹੀ ਆ, ਤੇ ਉਹ ਬੜਾ ਵਿਰਾਗਮਈ ਉਹਦੇ ਵਿੱਚ ਉਪਦੇਸ਼ ਦਿੱਤਾ ਸਤਿਗੁਰਾਂ ਨੇ। ਤੇ ਕੁਝ ਜਿਹੜਾ ਹੈ ਉਸ ਜੈਤਸਰੀ ਦੀ ਵਾਰ ਨੂੰ ਆਪਣੇ ਘਰ ਦੇ ਵਿੱਚ ਸ਼ਾਮ ਨੂੰ ਜਿਹੜਾ ਉਹਦੀ ਕਥਾ ਵੀ ਕਰਵਾਉਂਦੇ ਆ। ਤੇ ਇਸ ਕਰਕੇ ਦੱਸਿਆ ਗਿਆ ਕਿ ਜੇ ਸਮਾਂ ਹੈ ਤੇ ਸ਼ਾਮਾਂ ਨੂੰ ਕੀਰਤਨ ਵੀ ਪਰਿਵਾਰ ਬੈਠ ਕੇ ਰਲ ਕੇ ਕਰੇ। ਦੁਸ਼ਹਿਰੇ ਦੇ ਪਿੱਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ। ਹੁਣ ਜਦੋਂ ਮਨੁੱਖ ਦਾ 10ਵੇਂ ਦਿਨ ਭੋਗ ਪਾ ਦਿੱਤਾ, ਸਾਰੇ ਕਾਰਜ ਨਿਬੜ ਗਏ, ਉਸ ਤੋਂ ਬਾਅਦ ਕੋਈ ਵੀ ਰਸਮ ਜਿਹੜੀ ਉਹ ਕਰਨ ਦੀ ਮਨਾਹੀ ਹੈ। ਕੋਈ ਵੀ ਰਸਮ ਜਿਹੜੀ ਉਹ ਨਾ ਕੀਤੀ ਜਾਵੇ। ਇਹ ਪੰਥ ਨੇ ਗੱਲ ਨਿਯਤ ਕੀਤੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਰਸਮ ਕਰਨ ਦੀ ਮਨਾਹੀ ਹੈ। ਕੋਈ ਬਾਕੀ ਰਹਿ ਹੀ ਨਹੀਂ ਜਾਂਦੀ ਰਸਮ। ਨੰਬਰ ਕੱਕਾ, ਮ੍ਰਿਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉੱਥੇ ਹੀ ਦੱਬ ਕੇ ਜ਼ਮੀਨ ਬਰਾਬਰ ਕਰ ਦਿੱਤੀ ਜਾਵੇ। ਸੰਸਕਾਰ ਅਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨਾ ਹੈ। ਜਦੋਂ ਕੋਈ ਮ੍ਰਿਤਕ ਪ੍ਰਾਣੀ ਚੜ੍ਹਾਈ ਕਰਦਾ ਹੈ, ਉਹਦੇ ਅੰਗੀਠੇ ਨੂੰ ਜਿਹੜਾ ਠੰਡਾ ਜਦੋਂ ਹੋ ਜਾਂਦਾ ਹੈ, ਸਾਰੀਆਂ ਅਸਥੀਆਂ ਸਮੇਤ ਭਸਮ ਸਮੇਤ ਸਵਾਹ ਇਕੱਠੀਆਂ ਕਰਕੇ ਕਿਸੇ ਤੋੜੇ ਦੇ ਵਿੱਚ ਭਰ ਲਈਆਂ ਜਾਣ, ਕਿਸੇ ਜਿਹਨੂੰ ਗੱਟਾ ਕਹਿ ਦਿੰਦੇ ਉਹਦੇ ਵਿੱਚ ਭਰ ਲਈਆਂ ਜਾਣ, ਤੇ ਜਾਂ ਤੇ ਉਹਨਾਂ ਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਜਲ ਪ੍ਰਵਾਹ ਵਗਦੇ ਪਾਣੀ 'ਚ ਸੁੱਟ ਦਿਓ ਤੇ ਜਾਂ ਉਹਨੂੰ ਕਿਸੇ ਜ਼ਮੀਨ ਦੇ ਵਿੱਚ ਦੱਬ ਦਿਓ। ਤੇ ਇਹਦਾ ਕੋਈ ਭਰਮ ਨਹੀਂ ਹੈ, ਭਾਵੇਂ ਦੱਬ ਦਿੱਤੀਆਂ ਜਾਣ ਤੇ ਭਾਵੇਂ ਜਲ ਪ੍ਰਵਾਹ ਕਰ ਦਿੱਤੀਆਂ ਜਾਣ। ਇਹ ਕੋਈ ਕਿਰਿਆ ਜਿਹੜੀ ਹੈ ਦੋਵਾਂ 'ਚ ਇੱਕ ਕਰ ਸਕਦੇ ਹੋ। ਨੰਬਰ ਖੱਖਾ, ਅੱਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ, ਬੁੱਢਾ ਮਰਨਾ ਆਦਿ ਕਰਨਾ ਮਨਮਤ ਹੈ। ਅਰਧ ਮਾਰਗ ਹੁੰਦਾ ਹੈ ਕਿ ਜਦੋਂ ਮ੍ਰਿਤਕ ਨੂੰ ਲੈ ਕੇ ਜਾਂਦੇ ਆ ਨਾ ਸੰਸਕਾਰ ਵਾਸਤੇ, ਤੇ ਜਦੋਂ ਜਾਂਦੇ ਆ ਤੇ ਰਸਤੇ ਵਿੱਚ ਜਾਂਦਿਆਂ ਕੀ ਕਰਦੇ ਆ ਕਿ ਉਹਨੂੰ ਅੱਧੇ ਰਾਹ ਦੇ ਵਿੱਚ ਉਹਦੇ ਪੈਰ ਜਿਹੜੇ ਆ ਉਹ ਦੂਸਰੇ ਪਾਸੇ ਨੂੰ ਕਰ ਦਿੰਦੇ। ਜਦੋਂ ਘਰੋਂ ਨਿਕਲਦੇ ਆ ਸਿਰ ਬਾਹਰ ਨੂੰ ਹੁੰਦਾ ਹੈ, ਤੇ ਜਦੋਂ ਅੱਧੇ ਰਾਹ 'ਚ ਜਾਂਦੇ ਆ ਤੇ ਉਹਦੇ ਪੈਰ ਜਿਹੜੇ ਆ ਸ਼ਮਸ਼ਾਨ ਘਾਟ ਵੱਲ ਨੂੰ ਕਰ ਦਿੰਦੇ ਤੇ ਸਿਰ ਪਿੰਡ ਵੱਲ ਨੂੰ ਕਰ ਦਿੰਦੇ ਆ। ਇਹ ਪੰਥ ਨੇ ਗੱਲ ਕੀ ਕਿ ਅੱਧ ਮਾਰਗ ਕਰਨਾ ਜਿਹੜਾ ਉਹ ਮਨਮਤ ਹੈ। ਇਹ ਨਹੀਂ ਕਰਨਾ। ਜਿਵੇਂ ਤੁਸੀਂ ਅਰਥੀ ਚੁੱਕੀ ਆ ਉਵੇਂ ਹੀ ਲਿਜਾ ਕੇ ਤੇ ਉਹਦਾ ਸੰਸਕਾਰ ਜਿਹੜਾ ਉਹ ਕਰਨਾ ਹੈ। ਅੱਧ ਮਾਰਗ ਕਰਨਾ। ਫਿਰ ਸਿਆਪਾ ਜਿਹੜਾ ਆਪਾਂ ਪਿੱਛੇ ਪੜ੍ਹ ਆਏ ਆ ਕਿ ਜਿਹੜਾ ਵੈਣ ਪਾਉਣੇ ਉੱਚੀ ਉੱਚੀ ਸਾਰੀ ਰੋਣਾ, ਤੇ ਉਹਦੀਆਂ ਚੰਗਿਆਈਆਂ ਗਿਣ ਗਿਣ ਕੇ ਬੜਾ ਚੰਗਾ ਹੁੰਦਾ ਸੀ। ਉੱਚੀ ਉੱਚੀ ਸਾਰੀਆਂ ਬੀਬੀਆਂ ਜ਼ਿਆਦਾਤਰ ਇਹ ਪਾਉਂਦੀਆਂ ਹੈ ਸਿਆਪਾ।
ਤੇ ਇਹ ਕਾਰਜ ਜਿਹੜਾ ਇਹ ਵੀ ਮਨਮੱਤ ਹੈ, ਨਹੀਂ ਕਰਨਾ। ਫੂੜੀ ਹੁੰਦੀ ਆ, ਜਿਵੇਂ ਪਾਣੀ ਦੀ ਗਾਗਰ ਜਾਂ ਪਾਣੀ ਦਾ ਤੋੜਾ ਜਿਹਾ ਇੱਕ ਭਰਿਆ ਹੁੰਦਾ ਤੇ ਉਹਨੂੰ ਮ੍ਰਿਤਕ ਦੇ ਦੁਆਲੇ ਘੁਮਾ ਕੇ ਤੇ ਉਹਨੂੰ ਭੰਨਦੇ ਆ। ਇਹ ਵੀ ਜਿਹੜੀ ਕਿਰਿਆ ਮਨਮੱਤ ਹੈ, ਇਹਦਾ ਗੁਰਮਤਿ ਨਾਲ ਕੋਈ ਸੰਬੰਧ ਨਹੀਂ ਹੈ। ਦੀਵੇ ਦੀ ਆਪਾਂ ਗੱਲ ਕਰ ਲਈ ਹੈ ਕਿ ਦੀਵਾ ਬਾਲਦੇ ਆ ਲੋਕ ਕਿ 360 ਦਿਨਾਂ 'ਚ ਜਿਹੜਾ ਮਨੁੱਖ ਦੀ ਆਤਮਾ ਅੱਗੇ ਜਾਂਦੀ ਆ, ਇਹ ਦੀਵੇ ਵਾਲੀ ਕਿਰਿਆ ਵੀ ਨਹੀਂ ਕਰਨੀ। ਫਿਰ ਪਿੰਡ ਤੇ ਪਿੰਡ ਆਪਾਂ ਪੜ੍ਹਿਆ ਸੀ ਪਿੱਛੇ, ਪੜ੍ਹ ਕੇ ਆਏ ਗੁਰਮਤਿ ਦੀ ਰਹਿਣੀ ਦੇ ਵਿੱਚ ਕਿ ਜਦੋਂ ਜੌਂ ਦਾ ਆਟੇ ਦੀਆਂ ਪਿੰਨੀਆਂ ਬਣਾ ਕੇ ਜੌਂ ਦੇ ਆਟੇ ਦੀਆਂ ਪੱਤਲਾਂ ਤੇ ਰੱਖ ਕੇ ਤੇ ਉਹ ਜੀਵਾਂ ਨੂੰ ਖਵਾਈਆਂ ਜਾਂਦੀਆਂ, ਮੱਛੀਆਂ ਨੂੰ ਜਾਂ ਹੋਰਾਂ ਨੂੰ। ਤੇ ਹਾਂਜੀ, ਕੋਈ ਨਹੀਂ, ਅਖੀਰ ਦੇ ਉੱਤੇ ਭਾਈ ਸਾਹਿਬ ਸਵਾਲ ਵਿਚਾਰਦੇ ਆ। ਹਰਪ੍ਰੀਤ ਸਿੰਘ ਜੀ ਦਾ ਸਵਾਲ ਆ ਰਿਹਾ। ਤੇ ਉਸ ਤੋਂ ਬਾਅਦ ਅੱਗੇ ਕੀ ਹੈ ਕਿ ਉਹ ਜਿਹੜੀ ਪਿੰਡ ਪਤਲ ਵਗੈਰਾ ਕਰਨੇ ਵੀ ਮਨਾਹੀ ਹੈ। ਕਿਰਿਆ ਕਰਨੀ ਜਿਹੜੀ ਹੈ ਕਪਾਲ ਕਿਰਿਆ ਹੋ ਗਈ, ਜਿਹਦੀ ਆਪਾਂ ਪਿੱਛੇ ਗੱਲ ਕੀਤੀ, ਇਸ ਤਰ੍ਹਾਂ ਦੀ ਕਿਰਿਆ ਕਰਨੀ ਮਨਾਹੀ ਹੈ। ਸ਼ਰਾਧ ਮਨਾਉਣੇ ਜਿਹੜੀ ਉਹ ਮਨਾਹੀ ਹੈ ਗੁਰਮਤਿ ਦੇ ਵਿੱਚ। ਫਿਰ ਬੁੱਢਾ ਮਰਨਾ, ਜਿਵੇਂ ਕੋਈ ਬਜ਼ੁਰਗ ਜ਼ਿਆਦਾ ਲੰਬੀ ਉਮਰ ਹੋ ਕੇ ਮਰਿਆ ਹੁੰਦਾ ਹੈ ਤੇ ਉਸ ਬਜ਼ੁਰਗ ਦੇ ਜਦੋਂ ਮਰਦਾ ਤੇ ਫਿਰ ਉਹਦੇ ਉੱਤੇ ਪਕਾਨੇ ਵਗੈਰਾ ਲਗਾ ਕੇ, ਗੁਬਾਰੇ ਲਗਾ ਕੇ ਉਹਨੂੰ ਲਿਜਾਇਆ ਜਾਂਦਾ ਹੈ। ਸੰਸਕਾਰ ਕਰਨ ਵਾਸਤੇ ਕਈ ਢੋਲ ਵੀ ਵਜਾਉਂਦੇ ਆ। ਅਜਿਹਾ ਕਰਨਾ ਜਿਹੜਾ ਉਹ ਮਨਮੱਤ ਹੈ। ਤੇ ਅੰਗੀਠੇ ਵਿੱਚੋਂ ਫੁੱਲ ਚੁੱਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿ ਥਾਵਾਂ ਵਿੱਚ ਜਾ ਕੇ ਪਾਉਣੇ ਮਨਮੱਤ ਹੈ। ਹੁਣ ਇੱਥੇ ਜਿਹੜੀ ਗੱਲ ਲਿਖੀ ਹੈ ਪੰਥ ਨੇ, ਕਿਉਂਕਿ ਸਰੀਰ ਤੇ ਚਲਾ ਗਿਆ, ਸਰੀਰ ਨਾਲ ਕੋਈ ਸੰਬੰਧ ਨਹੀਂ ਹੈ ਸਾਡਾ, ਸਾਡਾ ਸੰਬੰਧ ਹੈ ਆਤਮਾ ਨੂੰ ਪਵਿੱਤਰ ਕਰਨ ਦਾ। ਤੇ ਇੱਥੇ ਗੱਲ ਲਿਖੀ ਹੈ ਕਿ ਕੋਈ ਖਾਸ ਨਹੀਂ ਗਾ ਕਿ ਜਾ ਕੇ ਗੰਗਾ ਦੇ ਵਿੱਚ ਹੀ ਫੁੱਲ ਪਾਏ ਜਾਣ, ਕਿਉਂਕਿ ਕੁਝ ਲੋਕ ਕਹਿੰਦੇ ਆ ਕਿ ਗੰਗਾ ਦੇ ਫੁੱਲ ਪਾਉਣ ਦੇ ਨਾਲ ਮ੍ਰਿਤਕ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਅਸਲ 'ਚ ਆਤਮਾ ਨੂੰ ਸ਼ਾਂਤੀ ਗੁਰਬਾਣੀ ਨਾਲ ਮਿਲਣੀ ਆ, ਤੇ ਉਹ ਵੀ ਜਿਹੜੀ ਗੁਰਬਾਣੀ ਅਸੀਂ ਜਿਉਂਦਿਆਂ ਜੀ ਪੜ੍ਹੀ ਹੈ। ਇਹ ਮਤ ਸੋਚਣਾ ਕਿ ਜਦੋਂ ਅਸੀਂ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਕਰਦੇ ਹਾਂ ਘਰ ਦੇ ਵਿੱਚ, ਉਹਦਾ ਕੋਈ ਮ੍ਰਿਤਕ ਦੇ ਨਾਲ ਖਾਸ ਸੰਬੰਧ ਹੁੰਦਾ। ਉਹ ਅਸਲ ਦੇ ਵਿੱਚ ਸਾਡੇ ਨਾਲ ਉਹਦਾ ਸੰਬੰਧ ਹੁੰਦਾ ਕਿ ਭਾਈ ਇਹ ਵੀ ਚਲਾ ਗਿਆ ਤੇ ਤੂੰ ਵੀ ਚਲਾ ਜਾਣਾ, ਇਸ ਕਰਕੇ ਬਾਣੀ ਪੜ੍ਹ, ਸਿਮਰਨ ਕਰ, ਤੇਰਾ ਮਨ ਧੀਰਜ ਵਿੱਚ ਆਵੇ। ਸੋ ਇਹ ਜਿਹੜੀ ਗੱਲ ਆ ਕਿ ਜਿਹੜੇ ਪਤਾਲਪੁਰੀ ਲੈ ਕੇ ਜਾਂਦੇ ਆ ਕੁਝ ਫੁੱਲ ਚੁੱਕ ਕੇ, ਕਰਤਾਰਪੁਰ ਸਾਹਿਬ ਲੈ ਕੇ ਜਾਂਦੇ ਆ, ਉਹਨਾਂ ਥਾਵਾਂ ਤੇ ਜੇ ਤੇ ਤੁਹਾਡੇ ਨੇੜੇ ਆ ਫਿਰ ਤੇ ਤੁਸੀਂ ਜਾ ਸਕਦੇ, ਕੋਈ ਗੱਲ ਨਹੀਂ, ਕਿਉਂਕਿ ਆਪਣੇ ਲਾਗੇ ਉਹੀ ਜੇ ਪੈਂਦਾ ਫਿਰ ਉੱਥੇ ਪਾਓ ਤੁਸੀਂ ਫੁੱਲ। ਤੇ ਜਾਂ ਕੋਈ ਵੀ ਜਗ੍ਹਾ ਦੇ ਉੱਤੇ ਜਿੱਥੇ ਪਾਣੀ ਵਗ ਰਿਹਾ ਹੈ, ਜਲ ਦਾ ਪ੍ਰਵਾਹ ਹੈ, ਭਾਵੇਂ ਨੇੜੇ ਕੋਈ ਨਹਿਰ ਹੈ, ਉੱਥੇ ਵੀ ਤੁਸੀਂ ਇਹ ਫੁੱਲ ਪਾ ਸਕਦੇ, ਇਹਦਾ ਕੋਈ ਭਰਮ ਨਹੀਂ ਕਰਨਾ। ਹਾਂ, ਇਹ ਗੱਲ ਜ਼ਰੂਰੀ ਹੋ ਜਾਂਦੀ ਆ, ਆਪਾਂ ਪਾਉਣ ਚਲੇ ਜਾਂਦੇ ਆ ਕਿ ਕੀ ਹੁੰਦਾ ਕਿ ਉੱਥੇ ਉਹਨਾਂ ਨੇ ਰਜਿਸਟਰ ਲਾਏ ਹੁੰਦੇ ਆ, ਤੁਹਾਡੇ ਵਡੇਰਿਆਂ ਦੇ ਨਾਮ ਲਿਖੇ ਹੁੰਦੇ ਆ ਕਿ ਕਿਹੜੇ ਪਰਿਵਾਰ ਨਾਲ ਸੰਬੰਧ ਸੀ, ਇਸ ਤਰ੍ਹਾਂ ਕੁਛ ਜੋ ਹੈ ਉਹ ਮੈਨੂੰ ਜ਼ਿਆਦਾ ਚੰਗੀ ਤਰ੍ਹਾਂ ਇਹਦੇ ਬਾਰੇ ਪਤਾ ਨਹੀਂ। ਤੇ ਉਹਨਾਂ ਨੇ ਕੁਛ ਨਾ ਕੁਛ ਲਿਖਿਆ ਹੁੰਦਾ ਹੈ ਕਿ ਵਹੀ ਖਾਤੇ ਦੇ ਵਿੱਚ ਵੀ ਇਹ ਫਲਾਨਾ ਬੰਦਾ ਸੀ, ਫਲਾਣੇ ਦੇ ਪਰਿਵਾਰ ਦੇ ਵਿੱਚੋਂ ਹੀ, ਫਿਰ ਡੈਥ ਸਰਟੀਫਿਕੇਟ ਮਿਲਣਾ ਸੌਖਾ ਹੋ ਜਾਂਦਾ। ਇਸ ਕਰਕੇ ਇਹਦੇ ਵਾਸਤੇ ਵੀ ਚਲੋ ਅਸੀਂ ਜਾ ਸਕਦੇ ਹਾਂ, ਪਰ ਜੇ ਹੋ ਸਕੇ ਤੇ ਆਪਾਂ ਜਿਹੜਾ ਹੈ ਨੇੜੇ ਕਿਤੇ ਵੀ ਜਲ ਵਗਦਾ ਉੱਥੇ ਉਹ ਫੁੱਲ ਪਾ ਸਕਦੇ ਹਾਂ, ਜਾਂ ਜਿਵੇਂ ਉੱਪਰ ਦੱਸਿਆ ਕਿ ਜ਼ਮੀਨ ਦੇ ਵਿੱਚ ਦਬ ਕੇ ਉੱਤੋਂ ਜ਼ਮੀਨ ਬਰਾਬਰ ਕਰ ਦਿੱਤੀ ਜਾਵੇ। ਇਸ ਤਰ੍ਹਾਂ ਦਾ ਕੋਈ ਕਾਰਜ ਵਿਸ਼ੇਸ਼ ਤੌਰ ਤੇ ਨਹੀਂ ਕਰਨਾ ਚਾਹੀਦਾ। ਸੋ ਇਹ ਸੀ ਜੋ ਆਪ ਜੀ ਦੇ ਸਾਹਮਣੇ ਸਵਾਲ ਆ ਗਏ ਨੇ, ਮੈਂ ਉਹ ਸਵਾਲ ਵੇਖ ਹੀ ਲਵਾਂ, ਫਿਰ ਆਪਾਂ ਉਹਨਾਂ ਤੇ ਵਿਚਾਰ ਕਰਕੇ ਅੱਗੇ ਚੱਲਦੇ ਹਾਂ। ਤੇ ਮ੍ਰਿਤਕ ਦੇ ਬਾਰੇ ਇਹ ਜਿਹੜੀਆਂ ਗੱਲਾਂ ਹਨ ਇਹ ਪੰਥ ਨੇ ਦੱਸੀਆਂ ਹੈ, ਤੇ ਮੈਂ ਆਹ ਸਵਾਲ ਜਿਹੜੇ ਆਏ ਹਨ ਇਹਨਾਂ ਨੂੰ ਪੜ੍ਹ ਕੇ ਤੁਹਾਨੂੰ ਇਹਨਾਂ ਦੇ ਵਿਚਾਰ ਵੀ ਹੁਣ ਦੱਸਾਂ। ਇਹ ਲਿਖਿਆ ਕਿ ਵਾਹਿਗੁਰੂ ਜੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਨੂੰ ਜਲ ਪ੍ਰਵਾਹ ਕੀਤਾ ਗਿਆ 2015 ਵਿੱਚ, ਐਂਡ ਹੋਰ ਵੀ ਬਹੁਤ ਸਾਰੇ ਮਹਾਂਪੁਰਖ ਨੇ ਜਿਨ੍ਹਾਂ ਨੂੰ ਜਲ ਪ੍ਰਵਾਹ ਇਹ ਕੀਤਾ ਜਾਂਦਾ ਰਿਹਾ। ਹਾਂਜੀ, ਅਸਲ 'ਚ ਕੀ ਗੱਲ ਹੈ ਇਹਦੇ ਪਿੱਛੇ, ਦੇਖੋ ਵੈਸੇ ਤੇ ਗੱਲ ਪੰਥ ਨੇ ਕਲੀਅਰ ਕਰ ਹੀ ਦਿੱਤੀ ਆ ਕਿ ਜਦੋਂ ਸਰੀਰ ਦੀ ਕੋਈ ਗੱਲ ਨਹੀਂ ਹੈ, ਸਰੀਰ ਨੂੰ ਭਾਵੇਂ ਜਲ ਪ੍ਰਵਾਹ ਕਰ ਦਿੱਤਾ ਜਾਵੇ ਤੇ ਭਾਵੇਂ ਇਹਨੂੰ ਸੰਸਕਾਰ ਕਰ ਦਿੱਤਾ ਜਾਵੇ, ਇਹਦੇ ਪਿੱਛੇ ਕੋਈ ਭਰਮ ਨਹੀਂ ਆ। ਪਰ ਸ਼ਰਧਾਵਾਨ ਜਿਹੜੇ ਹੁੰਦੇ ਆ ਨਾ, ਜਿਹੜੇ ਉਹਨਾਂ ਮਹਾਂਪੁਰਖਾਂ ਨੂੰ ਮੰਨਣ ਵਾਲੇ ਹੁੰਦੇ ਆ, ਪਤਾ ਨਹੀਂ ਉਹਨਾਂ ਦੇ ਮਨ ਵਿੱਚ ਇਹ ਗੱਲ ਹੁੰਦੀ ਆ ਜਾਂ ਸੱਚੀ ਉਹਨਾਂ ਜ਼ਿਆਦਾਤਰ ਇਹ ਕਹਿੰਦੇ ਕਿ ਮਹਾਂਪੁਰਖਾਂ ਨੇ ਗੱਲ ਕਹੀ ਸੀ ਕਿ ਸਾਨੂੰ ਜਲ ਪ੍ਰਵਾਹ ਕੀਤਾ ਜਾਵੇ। ਤੋ ਇਸ ਤਰ੍ਹਾਂ ਦੀਆਂ ਉਹਨਾਂ ਦੇ ਮਨ ਦੇ ਵਿੱਚ ਇੱਛਾ ਹੁੰਦੀ ਹੈ ਤੇ ਉਹ ਜਲ ਪ੍ਰਵਾਹ ਕਰ ਦਿੰਦੇ। ਪਰ ਸਾਡਾ ਸੰਬੰਧ ਇਹ ਆ ਕਿ ਉਸ ਸਰੀਰ ਦੀ ਬੇਅਦਬੀ ਨਾ ਹੋਵੇ, ਇਹ ਗੱਲ ਯਾਦ ਰੱਖਿਓ।
कि उस शरीर की बेअदबी ना होवे, इस करके भावें उन्हें जल प्रवाह कर दिता जाए। पर सब तो पहली गल पंथ ने कही है कि संस्कार करना जरूरी है, संस्कार किया जाए। ਇਹਦੇ ਨਾਲ ਸਾਰਾ ਕੁਝ ਜਿਹੜਾ ਆ ਉਹ ਸਾਂਭਿਆ ਜਾਂਦਾ, ਵਧੀਆ ਢੰਗ ਦੇ ਨਾਲ ਤਰੀਕਾ ਹੈ। ਪਰ ਜੇ ਨਹੀਂ ਤੇ ਫਿਰ ਉਹਨਾਂ ਨੂੰ ਜਲ ਪ੍ਰਵਾਹ ਵੀ ਕਰ ਸਕਦੇ ਹੋ। ਇਹਦੇ ਵਿੱਚ ਮੈਂ ਨਹੀਂ ਕਹਿ ਸਕਦਾ ਕਿ ਜਾਂ ਉਹਨਾਂ ਮਹਾਂਪੁਰਸ਼ਾਂ ਨੇ ਗੱਲ ਕਹੀ ਹੋਵੇ ਕਿ ਜਾਂ ਉਹਨਾਂ ਨੇ ਉਹਨਾਂ ਦੇ ਪੈਰੋਕਾਰਾਂ ਨੇ ਗੱਲ ਕਹੀ ਹੋਵੇ ਕਿ ਮਹਾਂਪੁਰਸ਼ਾਂ ਨੇ ਕਿਹਾ ਸਾਡਾ ਸਰੀਰ ਜਲ ਪ੍ਰਵਾਹ ਕੀਤਾ ਜਾਵੇ। ਇਹ ਤਾਂ ਹੁਣ ਉਹਨਾਂ ਨੂੰ ਪਤਾ ਹੈ ਕਿ ਕੀ ਗੱਲ ਹੈ ਉਹਨਾਂ ਦੀ। ਇਸ ਕਰਕੇ ਇਹ ਸਵਾਲ ਜਿਹੜਾ ਹੈ ਇਹ ਸਭ ਤੋਂ ਮੇਨ ਗੱਲ ਇਹ ਹੈ ਕਿ ਸਾਡਾ ਸਰੀਰ ਜਿਹੜਾ ਹੈ ਨਾ, ਮ੍ਰਿਤਕ ਸਰੀਰ, ਉਹ ਸਾਂਭਿਆ ਜਾਵੇ, ਉਹਦੀ ਬੇਅਦਬੀ ਨਾ ਹੋਵੇ। ਇਹ ਗੱਲ ਵਿਚਾਰਨ ਯੋਗ ਹੈ। ਠੀਕ ਹੈ। ਵਾਹਿਗੁਰੂ ਜੀ ਐਂਡ ਵਿੱਚ ਪਤਾਲਪੁਰੀ ਵਿੱਚ ਆਸਥਾ ਦਾ ਅਸਥੀਆਂ ਦਾ ਜਲ ਪ੍ਰਵਾਹ ਕਿੰਨਾ ਮਨਮਤ ਕਿਹਾ। ਵਾਹਿਗੁਰੂ ਜੀ ਐਂਡ ਵਿੱਚ ਪਤਾਲਪੁਰੀ ਵਿੱਚ ਅਸਥੀਆਂ ਦਾ ਜਲ ਪ੍ਰਵਾਹ ਕਿੰਨਾ ਮਨਮਤ ਕਿਹਾ। ਅੱਛਾ, ਕਿਉਂ ਮਨਮਤ ਕਿਹਾ ਹੈ? ਬਾਬਾ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਿੱਲੀ ਤੋਂ ਅਸਥੀਆਂ ਲੈ ਕੇ ਜਲ ਪ੍ਰਵਾਹ ਕੀਰਤਪੁਰ ਸਾਹਿਬ ਕੀਤਾ ਸੀ 1664 ਵਿੱਚ। ਐਂਡ ਗੁਰੂ ਹਰਗੋਬਿੰਦ ਸਾਹਿਬ ਜੀ ਐਂਡ ਗੁਰੂ ਹਰ ਰਾਏ ਜੀ ਦਾ ਵੀ ਠੀਕ ਹੈ ਜੀ, ਪਰਮਿਸ਼ਨ ਇੱਥੇ ਹੀ ਕੀਤਾ ਸੀ। ਸੋ ਆਈ ਥਿੰਕ ਕੀਰਤਪੁਰ ਸਾਹਿਬ ਦੀ ਇੰਪੋਰਟੈਂਸ ਹੈ। ਪਲੀਜ਼ ਓਕੇ। ਅੱਛਾ ਜੀ, ਗੱਲ ਇੰਝ ਆ ਕਿ ਇੱਥੇ ਹੁਣ ਗੁਰੂ ਸਾਹਿਬਾਨਾਂ ਦੀ ਗੱਲ ਆਪ ਜੀ ਨੇ ਕੀਤੀ ਹੈ ਕਿ ਉਹਨਾਂ ਦਾ ਵੀ ਜਿਹੜਾ ਇਸ ਪਤਾਲਪੁਰੀ ਦੇ ਨਾਲ ਸੰਬੰਧ ਰਿਹਾ ਹੈ, ਜਿਸ ਜਗ੍ਹਾ ਦੇ ਉੱਤੇ ਕੀਰਤਪੁਰ ਸਾਹਿਬ ਲਿਆ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਸਥੀਆਂ ਜਿਹੜੀਆਂ ਉਹ ਜਲ ਪ੍ਰਵਾਹ ਕੀਤੀਆਂ ਗਈਆਂ। ਸੋ ਇੱਥੇ ਮੈਂ ਗੱਲ ਕਵਾਂ ਕਿ ਅਸਲ 'ਚ ਕੀ ਗੱਲ ਹੁੰਦੀ ਹੈ ਕਿ ਸਾਡਾ ਗੁਰੂ ਸਾਹਿਬਾਨ ਦੇ ਨਾਲ ਲਗਾਅ ਜ਼ਿਆਦਾ ਸੀ, ਸੰਗਤ ਦਾ ਸਾਰੀ ਦਾ ਲਗਾਅ, ਸਾਰੀ ਸੰਗਤ ਪ੍ਰੇਮ ਕਰਦੀ ਸੀ ਗੁਰੂ ਸਾਹਿਬ ਦੇ ਨਾਲ। ਤੇ ਇੱਥੇ ਫਿਰ ਉਸ ਸਮੇਂ ਜਦੋਂ ਉਹਨਾਂ ਦੀਆਂ ਅਸਥੀਆਂ ਇੱਥੇ ਲਿਆ ਕੇ ਜਲ ਪ੍ਰਵਾਹ ਕਰਨ ਦੇ ਵਿੱਚ ਸਾਰਿਆਂ ਦੀ ਸ਼ਰਧਾ ਹੋ ਸਕਦੀ ਹੈ ਕਿ ਸਾਰਿਆਂ ਨੇ ਸ਼ਰਧਾ ਦੇ ਨਾਲ ਕਿਹਾ ਹੋਵੇ ਕਿ ਹਾਂ ਸਾਡੇ ਗੁਰੂ ਸਾਹਿਬ ਆਣੇ ਆ, ਤੇ ਉਹਨਾਂ ਦੀਆਂ ਅਸਥੀਆਂ ਤੇ ਉਹਨਾਂ ਦਾ ਕਿਰਿਆਕਰਮ ਜਿਹੜਾ ਹੈ ਉਹ ਸਾਰਾ ਇੱਥੇ ਹੀ ਕੀਤਾ ਜਾਵੇ। ਇਸ ਕਰਕੇ ਇਹ ਉਸ ਜਗ੍ਹਾ ਨੂੰ ਵਰਤਿਆ ਗਿਆ ਹੋਵੇਗਾ। ਪਰ ਆਮ ਸਿੱਖਾਂ ਦੇ ਲਈ ਇਹ ਹੁਣ ਦੇਖੋ, ਜਿਹਦਾ ਤੇ ਸਰਦਾ ਹੈ ਉਹ ਤੇ ਪਤਾਲਪੁਰੀ ਜਾ ਸਕਦਾ ਹੈ ਲੈ ਕੇ ਇੱਕ ਬਜ਼ੁਰਗ ਦੀਆਂ ਅਸਥੀਆਂ ਜਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੀਆਂ ਅਸਥੀਆਂ। ਪਰ ਇੱਕ ਗਰੀਬ ਸਿੱਖ ਹੈ, ਉਹ ਕਿੱਥੇ ਜਾਵੇਗਾ? ਇਹ ਵੀ ਤੇ ਪੰਥ ਨੇ ਸੋਚਣਾ ਸੀ ਨਾ। ਜਿਹਦਾ ਸਰਦਾ ਹੈ ਉਹ ਤੇ ਜਾ ਸਕਦਾ, ਕਿਤੇ ਵੀ ਜਾ ਸਕਦਾ, ਪਤਾਲਪੁਰੀ ਵੀ ਜਾ ਸਕਦਾ। ਹੁਣ ਸਾਡੇ ਇਲਾਕੇ ਦੇ, ਮੈਂ ਖਡੂਰ ਸਾਹਿਬ ਇਲਾਕੇ ਨਾਲ ਸੰਬੰਧ ਰੱਖਦਾ, ਤੇ ਸਾਡੇ ਇਲਾਕੇ ਦੇ ਜਿਹੜੇ ਆ ਜਿੰਨੇ ਵੀ ਨੇੜੇ ਤੇੜੇ ਦੇ ਪਿੰਡਾਂ ਦੇ ਨੇ, ਉਹ ਗੋਇੰਦਵਾਲ ਸਾਹਿਬ ਅਸਥੀਆਂ ਜਲ ਪ੍ਰਵਾਹ ਕਰਦੇ ਆ। ਇਸ ਕਰਕੇ ਜਿਹੜਾ ਨੇੜੇ ਪੈਂਦਾ ਹੈ ਤੁਹਾਨੂੰ, ਭਾਵੇਂ ਉਹ ਕੋਈ ਗੁਰਦੁਆਰਾ ਸਾਹਿਬ ਹੈ ਨੇੜੇ, ਉੱਥੇ ਦਰਿਆ ਦੇ ਉੱਤੇ ਕਿਸੇ ਵੀ ਨਹਿਰ ਦੇ ਉੱਤੇ ਬਣਿਆ ਹੈ, ਉੱਥੇ ਜਲ ਪ੍ਰਵਾਹ ਕਰ ਸਕਦੇ ਹੋ। ਇੱਥੇ ਮੈਂ ਸੰਬੰਧ ਦੱਸ ਰਿਹਾ ਕਿ ਗੁਰੂ ਸਾਹਿਬਾਨ ਦਾ ਸੰਬੰਧ, ਗੁਰੂ ਸਾਹਿਬ ਦੇ ਨਾਲ ਜਿਹੜਾ ਸਿੱਖਾਂ ਦਾ ਸੰਬੰਧ ਜਿਹੜਾ ਸੀ ਉਹ ਜ਼ਿਆਦਾ ਸੀ। ਇਸ ਕਰਕੇ ਸਿੱਖਾਂ ਦੇ ਮਨ 'ਚ ਸ਼ਰਧਾ ਹੋਵੇਗੀ ਕਿ ਹਾਂ ਗੁਰੂ ਸਾਹਿਬ ਦਾ ਜਿਹੜਾ ਹੈ ਸਰੀਰ ਜਾਂ ਉਹਨਾਂ ਦਾ ਜਿਹੜੇ ਅਸਥੀਆਂ ਹਨ ਉਹਨਾਂ ਨੂੰ ਉਸ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਤਾਲਪੁਰੀ ਹੀ ਜਲ ਪ੍ਰਵਾਹ ਕੀਤਾ ਜਾਵੇ। ਤੇ ਇੱਥੇ ਵਾਚਨਯੋਗ ਜਿਹੜੀ ਗੱਲ ਮੈਂ ਕਹੀ ਆ, ਇਹ ਵਾਚਨਯੋਗ ਆ ਕਿ ਜਦੋਂ ਅਸੀਂ ਕੋਈ ਗਰੀਬ ਸਿੱਖ ਹੈ, ਉਹਨੇ ਆਪਣੇ ਪਰਿਵਾਰ ਚੋਂ ਉਹਦੇ ਕੋਈ ਮ੍ਰਿਤਕ ਹੋ ਗਿਆ, ਜਦੋਂ ਉਹਨੇ ਆਪਣੇ ਉਸ ਸਰੀਰ ਦਾ ਸੰਸਕਾਰ ਕਰ ਦਿੱਤਾ ਜੋ ਵੀ ਇਹਦਾ ਸਖਾ ਸੰਬੰਧੀ ਸੀ, ਫਿਰ ਉਸ ਤੋਂ ਬਾਅਦ ਉਸਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਕੀਰਤਪੁਰ ਸਾਹਿਬ ਜਾਣਾ ਉਹਦੇ ਲਈ ਔਖਾ ਹੋ ਜਾਂਦਾ ਹੈ। ਕੋਈ ਸਿੱਖ ਜਿਹੜਾ ਹੈ ਉਹ ਤੇ ਜਾ ਸਕਦਾ। ਜੇ ਅਸੀਂ ਇੱਥੇ ਪੰਥੇ ਗੱਲ ਲਿਖ ਦਿੰਦਾ ਕਿ ਠੀਕ ਹੈ ਜੀ ਤੁਸੀਂ ਉੱਥੇ ਹੀ ਜਾਣਾ ਹੈ, ਪਤਾਲਪੁਰੀ ਹੀ ਜਾਣਾ ਹੈ, ਤੇ ਉੱਥੇ ਫਿਰ ਬੜਾ ਔਖਾ ਹੋ ਜਾਂਦਾ ਹੈ ਇੱਕ ਗਰੀਬ ਸਿੱਖ ਵਾਸਤੇ। ਇਸ ਕਰਕੇ ਜਿਹੜੇ ਨੇੜੇ ਦੀ ਗੱਲ ਹੈ ਉਹ ਗੱਲ ਇੱਥੇ ਪੰਥ ਨੇ ਕੀਤੀ ਹੈ। ਤੇ ਜਿੱਥੇ ਤੱਕ ਗੁਰੂ ਸਾਹਿਬਾਨਾਂ ਦਾ ਸੰਬੰਧ ਆ, ਤੇ ਮੈਂ ਇੱਥੇ ਹੀ ਕਹਾਂਗਾ ਕਿ ਸਿੱਖ ਦੀ ਸ਼ਰਧਾ ਗੁਰੂ ਸਾਹਿਬਾਨਾਂ ਦੇ ਵਿੱਚ ਵੱਧ ਸੀ। ਇਸ ਕਰਕੇ ਸਿੱਖਾਂ ਨੇ ਇਹ ਜਿਹੜਾ ਸਤਿਗੁਰਾਂ ਦਾ, ਦੇਖੋ ਗੁਰੂ ਹਰਗੋਬਿੰਦ ਸਾਹਿਬ ਵੀ ਉੱਥੇ ਹੀ ਜੋਤੀ ਜੋਤ ਸਮਾਏ ਆ, ਤੇ ਗੁਰੂ ਹਰ ਰਾਏ ਸਾਹਿਬ ਵੀ ਉੱਥੇ ਕੀਰਤਪੁਰ ਸਾਹਿਬ ਦੀ ਧਰਤੀ ਤੇ। ਇਸ ਕਰਕੇ ਉਹਨਾਂ ਦਾ ਉੱਥੇ ਸੰਸਕਾਰ ਜਿਹੜਾ ਹੈ ਉਹ ਹੋਣਾ ਲਾਜ਼ਮੀ ਸੀ। ਤੇ ਇਸ ਤੋਂ ਬਾਅਦ ਜਿਹੜੀ ਗੁਰੂ ਹਰਕ੍ਰਿਸ਼ਨ ਜੀ ਸਾਹਿਬ ਨਾਲ ਸੰਬੰਧ ਰੱਖਦੀ ਗੱਲ, ਤੇ ਹੋ ਸਕਦਾ ਕਿ ਸਿੱਖਾਂ ਨੇ ਸ਼ਰਧਾ ਵਸ ਇਹ ਸਤਿਗੁਰਾਂ ਦਾ ਉੱਥੋਂ ਜਿਹੜੀ ਅਸਥੀਆਂ ਲਿਆ ਕੇ ਦਿੱਲੀ ਤੋਂ ਇੱਥੇ
ਜਿਹੜਾ ਹੈ ਉਹਨੂੰ ਜਲ ਪ੍ਰਵਾਹ ਕੀਤਾ ਹੋਵੇ। ਤੇ ਇੱਥੇ ਸਭ ਤੋਂ ਵੱਡੀ ਗੱਲ ਸਿੱਖਾਂ ਦੀ ਇਹ ਰਹੀ ਹੈ ਕਿ ਸਿੱਖਾਂ ਨੇ ਵਿਸ਼ੇਸ਼ ਤੌਰ ਤੇ ਕਿਤੇ ਅਸਥੀਆਂ ਨੂੰ ਦਬਾ ਕੇ ਕੋਈ ਇਮਾਰਤ ਜਾਂ ਕੋਈ ਵੀ ਯਾਦਗਾਰ ਐਸੀ ਨਹੀਂ ਬਣਾਈ। ਤੋ ਇਹ ਗੱਲ ਜਿਹੜੀ ਵਿਚਾਰਨਯੋਗ ਹੈ ਜੋ ਆਪ ਜੀ ਦੇ ਇੱਥੇ ਸਵਾਲ ਆਏ ਆ ਜੀ। ਇਸ ਤੋਂ ਬਾਅਦ ਹੁਣ ਆਪਾਂ ਅੱਗੇ ਸਮਾਂ ਕਿੰਨਾ, ਹਾਂਜੀ ਸਮਾਂ ਹੋ ਹੀ ਚੁੱਕਾ ਹੈ। ਆਪਾਂ ਹੋਰ ਰੀਤਾਂ ਦੀ ਗੱਲ ਜਿਹੜੀ ਆਪਾਂ ਕੱਲ ਨੂੰ ਕਰਾਂਗੇ। ਤੇ ਮੈਨੂੰ ਲੱਗਦਾ ਸ਼ਾਇਦ ਹੋਰ ਵੀ ਆਪ ਜੀ ਦੇ ਇਹਦੇ ਤੇ ਕਈ ਸਵਾਲ ਹੋਣਗੇ, ਤੇ ਜਿੰਨਿਆਂ ਕੁ ਦਾ ਮੈਂ ਜਵਾਬ ਦੇ ਸਕਾਂਗਾ ਤੇ ਮੈਂ ਜ਼ਰੂਰ ਦੇਵਾਂਗਾ। ਬੇਨਤੀ ਹੈ ਕਿ ਆਪ ਜੀ ਆਪਣਾ ਮਾਈਕ ਔਨ ਕਰਕੇ ਤੇ ਜਿਹੜਾ ਮ੍ਰਿਤਕ ਸੰਸਕਾਰ ਨਾਲ ਸੰਬੰਧਿਤ ਹੈ ਸਵਾਲ ਉਹ ਪੁੱਛ ਸਕਦੇ ਹੋ। ਮੈਂ ਆਪ ਜੀ ਦਾ ਜਿਹੜਾ ਸਪੀਕਰ ਔਨ ਕਰ ਦੇਵਾਂ। ਹਾਂਜੀ ਵਾਹਿਗੁਰੂ। ਹਾਂਜੀ ਗੁਰਪ੍ਰਤਾਪ ਸਿੰਘ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਵੀਰ ਜੀ ਮੇਰਾ ਸਵਾਲ ਇਹ ਸੀ ਕਿ ਜਿੱਦਾਂ ਆਪਾਂ ਗੱਲ ਕੀਤੀ ਕਿ ਜੋ ਵੀ ਅੰਮ੍ਰਿਤਧਾਰੀ ਸਿੱਖ ਹੁੰਦਾ ਉਹਦੇ ਅੰਤਿਮ ਸੰਸਕਾਰ ਦੇ ਵੇਲੇ ਉਹਦੇ ਜਿੰਨੇ ਵੀ ਕਕਾਰ ਹੁੰਦੇ ਆ ਤੇ ਉਹ ਵੀ ਉਹਨਾਂ ਦੇ ਨਾਲ ਹੀ ਮਤਲਬ ਅਗਨੀ ਭੇਟਾ ਕਰ ਦਿੰਦੇ ਨੇ। ਪਰ ਜਿੱਦਾਂ ਹੁਣ ਆਪਣਾ ਕੜਾ ਹੋ ਗਿਆ ਜਾਂ ਫਿਰ ਸ਼ੀਸ਼ ਸਾਹਿਬ ਹੁੰਦਾ ਜੋ ਲੋਹੇ ਦਾ ਹੁੰਦਾ ਤੇ ਉਹ ਮਤਲਬ ਅੱਗ ਬੁਝਣ ਤੋਂ ਬਾਅਦ ਵੀ ਫਿਰ ਉਹ ਰਹਿ ਜਾਂਦੇ ਆ, ਉਹਨਾਂ ਨੂੰ ਕੀ ਅਸਥੀਆਂ ਦੇ ਨਾਲ ਹੀ ਜਲ ਪ੍ਰਵਾਹ ਕਰ ਦੇਣਾ ਚਾਹੀਦਾ? ਹਾਂਜੀ ਵੀਰ ਜੀ, ਉਹ ਜੋ ਵੀ ਕਿਉਂਕਿ ਪੰਥ ਨੇ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ ਕਿ ਜੋ ਵੀ ਰਾਖ ਜੋ ਵੀ ਸਮੱਗਰੀ ਉੱਥੇ ਹੁੰਦੀ ਆ, ਜੋ ਵੀ ਆਪਾਂ ਸੰਸਕਾਰ ਕਰਦੇ ਹਾਂ ਸਮੇਤ ਰਾਖ ਸਮੇਤ, ਇਹ ਕਈ ਵਾਰੀ ਕੀ ਕਰਦੇ ਆ ਕਿ ਸਾਡੇ ਲੋਕ ਦੁੱਧ ਲੈ ਜਾਂਦੇ ਆ, ਉਹ ਦੁੱਧ ਤਰੌਂਕ ਕੇ ਤੇ ਉਹ ਕੱਲੀ ਕੱਲੀ ਅਸਥੀ ਚੁਣਦੇ ਆ ਤੇ ਪਰ ਤਾਂ ਵੀ ਉਹ ਅਖੀਰ ਦੇ ਤੇ ਫਿਰ ਉਹ ਸਾਰੀ ਜਿਹੜੀ ਸਵਾਹ ਇਕੱਠੀ ਕਰਕੇ ਇਹਦੇ ਵਿੱਚ ਪਾ ਦਿੰਦੇ ਆ। ਇਸ ਕਰਕੇ ਪੰਥ ਨੇ ਗੱਲ ਕਹੀ ਹੈ ਕਿ ਜੋ ਵੀ ਹੈ ਭਾਵੇਂ ਕੜਾ ਹੈ ਕਿਰਪਾਨ ਹੈ ਪਹਿਨਾਉਣੀ ਜ਼ਰੂਰ ਹੈ, ਅੰਮ੍ਰਿਤਧਾਰੀ ਸਿੰਘ ਨੂੰ ਜੁਦਾ ਨਹੀਂ ਕਰਨੀ ਕਕਾਰ, ਪਰ ਜਦੋਂ ਅਖੀਰ ਦੇ ਉੱਤੇ ਸਾਰੀ ਜੋ ਵੀ ਹੈ ਸਮੱਗਰੀ ਇਕੱਠੀ ਕਰਕੇ ਉਹਨੂੰ ਜਲ ਪ੍ਰਵਾਹ ਕਰ ਦਿੱਤਾ ਜਾਵੇ। ਹਾਂਜੀ ਹੋਰ ਇੱਕ ਹੋਰ ਸਵਾਲ ਆਇਆ ਹੈ ਲਿਖਤੀ। ਹਾਂਜੀ ਇੱਕ ਲਿਖਤੀ ਸਵਾਲ ਆਇਆ ਹੈ। ਵਾਹਿਗੁਰੂ ਜੀ, ਦਸਵੀਂ ਦੇ ਭੋਗ ਤੋਂ ਬਾਅਦ ਵਰੀਨੇ ਦਾ ਸ਼ਬਦ ਕਿੱਥੋਂ ਆਇਆ ਔਰ ਇਸ ਦਾ ਸਿੱਖੀ ਨਾਲ ਕੀ ਸੰਬੰਧ ਹੈ? ਅੱਛਾ ਜੀ, ਦੇਖੋ ਮੈਂ ਜਦੋਂ ਆਪਾਂ ਗੱਲ ਸਟਾਰਟ ਕੀਤੀ ਸੀ ਉਦੋਂ ਹੀ ਇਹ ਗੱਲ ਕਹੀ ਸੀ ਕਿ ਇੱਥੇ ਸੇਮ ਹੀ ਸਾਰੇ ਕਾਰਜ ਹੁੰਦੇ ਆ, ਜਿਵੇਂ ਆਪਾਂ ਵੀ ਸੰਸਕਾਰ ਕਰਦੇ ਹਾਂ ਦੂਸਰੇ ਧਰਮਾਂ ਵਾਲੇ ਵੀ ਆਪਣੇ ਇੱਥੇ ਸੰਸਕਾਰ ਕਰਦੇ ਆ। ਤੇ ਹੋ ਸਕਦਾ ਇਹ ਕਿਸੇ ਦੂਸਰੇ ਧਰਮ ਚੋਂ, ਮੈਂ ਹੁਣ ਪੱਕਾ ਸਟੀਕ ਨਹੀਂ ਹੈ ਵਰੀਨੇ ਦਾ ਸ਼ਬਦ ਕਿੱਥੋਂ ਆਇਆ, ਮੈਂ ਕੱਲ ਤੱਕ ਆਪ ਜੀ ਨੂੰ ਲੱਭ ਕੇ ਦੱਸ ਦੇਵਾਂਗਾ। ਤੇ ਹੋ ਸਕਦਾ ਹੈ ਕਿਸੇ ਹੋਰ ਧਰਮ ਦਾ ਵਿੱਚੋਂ ਆਇਆ ਹੋਵੇ, ਪਰ ਇਹਦਾ ਸੰਬੰਧ ਜਿਹੜਾ ਹੈ ਸਾਡੇ ਸਿੱਖਾਂ ਦੇ ਨਾਲ ਨਹੀਂ ਹੈ। ਜਦੋਂ ਕਹਿ ਦਿੱਤਾ ਕਿ ਜਦੋਂ ਦੁਸਹਿਰਾ ਆਪਾਂ ਸਮਾਪਤੀ ਕਰ ਦਿੱਤੀ, ਭੋਗ ਪਾ ਦਿੱਤਾ, ਉਸ ਤੋਂ ਬਾਅਦ ਕੋਈ ਰਸਮ ਉਹ ਨਹੀਂ ਰਹਿੰਦੀ। ਇਸ ਕਰਕੇ ਕੋਈ ਇਸ ਤਰ੍ਹਾਂ ਦੀ ਰਸਮ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਵਰੀਨੇ ਦਾ ਸ਼ਬਦ ਕਿੱਥੋਂ ਆਇਆ ਇਹਦੇ ਬਾਰੇ ਜਿਹੜਾ ਹੈ ਉਹ ਮੈਂ ਕੱਲ ਤੱਕ ਆਪ ਜੀ ਨੂੰ ਦੱਸ ਦੇਵਾਂਗਾ ਕਿ ਵਰੀਨਾ ਸ਼ਬਦ ਕਿੱਥੋਂ ਆਇਆ ਤੇ ਕੀ ਇਹਦਾ ਅਰਥ ਹੁੰਦਾ ਹੈ। ਹਾਂਜੀ ਹੋਰ ਵਾਹਿਗੁਰੂ। ਹਾਂਜੀ ਗੁਰਪ੍ਰਤਾਪ। ਹਾਂਜੀ ਵੀਰ ਜੀ, ਜਿੱਦਾਂ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿ ਜਿੰਨੇ ਵੀ ਅੰਮ੍ਰਿਤਧਾਰੀ ਸਿੱਖ ਹੁੰਦੇ ਆ ਉਹਨਾਂ ਤੋਂ ਇੱਕ ਤੋਂ ਜ਼ਿਆਦਾ ਸ੍ਰੀ ਸਾਹਿਬ ਹੁੰਦੇ ਆ, ਮਤਲਬ ਲੋਕ ਚੇਂਜ ਕਰਕੇ ਵੀ ਪਾ ਲੈਂਦੇ ਆ, ਗਾਤਰੇ ਵੀ ਅਲੱਗ ਹੁੰਦੇ, ਸ੍ਰੀ ਸਾਹਿਬ ਵੀ ਅਲੱਗ-ਅਲੱਗ ਹੁੰਦੇ। ਤੇ ਕਿ ਜਦੋਂ ਅੰਤਿਮ ਸੰਸਕਾਰ ਹੋ ਜਾਂਦਾ ਕਿ ਸਾਰੇ ਕਕਾਰ ਉਹਨਾਂ ਮਤਲਬ ਕਿ ਜਿੰਨੇ ਐਕਸਟਰਾ ਉਹਨਾਂ ਕੋਲ ਸ੍ਰੀ ਸਾਹਿਬ ਹੁੰਦੇ ਸੀ ਕਿ ਉਹ ਵੀ ਨਾਲ ਉਹਨਾਂ ਨੂੰ ਭੇਟਾ ਕਰ ਦੇਣੇ ਚਾਹੀਦੇ ਆ ਅਗਨ, ਕਿ ਆਪਾਂ ਬਾਅਦ ਚ ਕੋਈ ਹੋਰ ਸਿੱਖ ਜਾਂ ਕੋਈ ਵੀ ਅੰਮ੍ਰਿਤਧਾਰੀ ਉਹਨੂੰ ਮਤਲਬ ਪਹਿਨ ਸਕਦਾ? ਨਹੀਂ ਵੀਰ ਜੀ, ਇੱਕੋ ਹੀ ਕਕਾਰ ਜਿਹੜਾ ਕੋਈ ਵੀ ਕਿਰਪਾਨ ਜਿਹੜੀ ਹੈ ਵਿਸ਼ੇਸ਼ ਤੌਰ ਦੇ ਉੱਤੇ ਕੋਈ ਜੇ ਉਹ ਜ਼ਿਆਦਾ ਪਹਿਨਦਾ ਭਾਵੇਂ ਉਹ ਨਾਲ ਰੱਖ ਦਿੱਤੀ ਜਾਵੇ, ਨਾ ਉਹ ਪਹਿਨਾ ਦਿੱਤੀ ਜਾਵੇ, ਇੱਕੋ ਹੀ ਕਕਾਰ ਸਾਰੇ ਹੋਣੇ ਚਾਹੀਦੇ। ਹਾਂ ਕੁਝ ਵੀਰ ਜਿਹੜੇ ਆ ਉਹ ਦੋ ਕਛਹਿਰੇ ਜ਼ਰੂਰ ਰੱਖਦੇ ਆ, ਇਹ ਵਿਚਾਰ ਕਰਨ ਯੋਗ ਹੈ। ਦੋ ਕਛਹਿਰੇ ਜਿਹੜੇ ਆ ਉਹ ਤੁਸੀਂ ਰੱਖ ਸਕਦੇ ਹੋ, ਬਾਕੀ ਕਕਾਰ ਜਿਹੜੇ ਆ ਉਹ ਇੱਕ ਇੱਕ ਹੀ ਹੁੰਦਾ ਹੈ, ਕਿਰਪਾਨ ਵੀ ਇੱਕ, ਕੜਾ ਵੀ ਇੱਕ, ਕੰਘਾ ਵੀ ਇੱਕ। ਠੀਕ ਹੈ ਜੀ, ਇਹ ਜਿਹੜੀ ਹੈ ਗੱਲ। ਬਾਕੀ ਜਿਹੜੇ ਕਕਾਰ ਉਹਦੇ ਆ ਉਹ ਜਾਂ ਪਰਿਵਾਰ ਚ ਕੋਈ ਵਰਤ ਲਵੇ ਤੇ ਜਾਂ ਉਹ ਕਿਸੇ ਹੋਰ ਗਰੀਬ ਸਿੱਖ ਨੂੰ ਜਿਹੜਾ ਉਹ ਦੇ ਦਿੱਤੇ ਜਾਣ, ਇਹ ਕਾਰਜ ਜਿਹੜਾ ਆਪਾਂ ਕਰ ਸਕਦੇ। ਹਾਂਜੀ ਹਾਂਜੀ ਹੋਰ ਕਿਸੇ ਦਾ ਸਵਾਲ ਹੋਵੇ ਤੇ। ਠੀਕ ਹੈ ਜੀ, ਸਮਾਪਤੀ ਕਰਦੇ ਹਾਂ। ਸੋ ਵਰੀਨੇ ਸ਼ਬਦ ਦੇ ਅਰਥ ਜੋ ਹੈ ਉਹ ਆਪਾਂ ਕੱਲ ਨੂੰ
ਵਿਚਾਰ ਲਵਾਂਗੇ ਕੱਲ ਵਾਲੀ ਕਲਾਸ 'ਚ। ਤੇ ਆਪ ਜੀ ਨੇ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਸ਼ਾਮ ਨੂੰ ਵੀ ਆਪਾਂ ਇਸੇ ਤਰ੍ਹਾਂ ਕਲਾਸ ਦੇ ਵਿੱਚ ਜੋ ਗੁਰਬਾਣੀ ਸੰਥਿਆ ਦੀ ਕਲਾਸ ਲੱਗਦੀ ਹੈ ਉਹਦੇ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਜੋ ਜਪਜੀ ਸਾਹਿਬ ਦੀ ਸੰਥਿਆ ਆਪਾਂ ਕਰ ਰਹੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਰਹਿ ਰਾ ਸੋਹਿਲਾ ਸਾਹਿਬ, ਫਿਰ ਆਪ ਜੀ ਤੋਂ ਪੁੱਛ ਕੇ ਆਪਾਂ ਜਾਪ ਸਾਹਿਬ ਦੀ ਆਰੰਭਤਾ ਕਰ ਲਵਾਂਗੇ। ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।